ਸਭ ਤੋਂ ਪਹਿਲੇ ਤੇ ਮੈਂ ਡਾਕਟਰ ਸੁਰਜੀਤ ਹੋਰਾਂ ਦਾ, ਮੈਡਮ ਜਸਪਾਲ ਦਾ, ਵਾਈਸ ਚਾਂਸਲਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਲੈਕਚਰ ਨੂੰ ਕਰਨ ਲਈ। ਮੈਨੂੰ ਇਹ ਕਿਹਾ ਗਿਆ ਸੀ ਕਿ ਡਾਕਟਰ ਹਰਚਰਨ ਸਿੰਘ ਹੋਰਾਂ ਬਾਰੇ ਹੀ ਬੋਲਣਾ, ਤੇ ਮੈਂ ਡਾਕਟਰ ਹਰਚਰਨ ਸਿੰਘ ਦੀ ਨਾਟਕਕਾਰੀ ਤੇ ਖਾਸ ਕਰਕੇ ਉਹਨਾਂ ਦੇ ਸ਼ਤਾਬਦੀ ਨਾਟਕਾਂ ਬਾਰੇ ਮੈਨੂੰ ਬੋਲਣ ਨੂੰ ਕਿਹਾ ਗਿਆ ਸੀ। ਪਹਿਲਾਂ ਮੈਂ ਡਾਕਟਰ ਹਰਚਰਨ ਸਿੰਘ ਹੋਰਾਂ ਨਾਲ ਮੇਰੇ ਆਪਣੇ ਕੀ ਸੰਬੰਧ ਸੀ। ਇੱਕ ਤੇ ਹੁੰਦਾ ਕਿ ਤੁਸੀਂ ਕਿਸੇ ਨਾਟਕਕਾਰ ਨੂੰ ਪੜ੍ਹਦੇ ਹੋ, ਉਹਦੇ ਨਾਟਕ ਦੇਖਦੇ ਹੋ, ਫਿਰ ਤੁਸੀਂ ਆਪਣਾ ਇੱਕ ਵਿਊ ਪੁਆਇੰਟ ਬਣਾਉਂਦੇ ਹੋ। ਇੱਕ ਹੁੰਦਾ ਕਿ ਤੁਸੀਂ ਕਿਸੇ ਸ਼ਖਸੀਅਤ ਨੂੰ ਨੇੜਿਓਂ ਹੋ ਕੇ ਵੇਖਿਆ ਹੁੰਦਾ ਹੈ, ਫਿਰ ਤੁਹਾਡਾ ਵਿਊ ਪੁਆਇੰਟ ਹੋਰ ਤਰ੍ਹਾਂ ਬਣਦਾ ਹੈ। ਤੁਸੀਂ ਉਹਦੀ ਸਾਹਿਤਕਾਰੀ ਨੂੰ ਉਹਦੀ ਸ਼ਖਸੀਅਤ ਦੇ ਵਿੱਚੋਂ ਵੀ ਵੇਖਦੇ ਹੋ, ਜਿਹੜੀਆਂ ਡਾਕਟਰ ਸਤੀਸ਼ ਹੋਰੀ ਹੁਣੇ ਗੱਲਾਂ ਕਰਕੇ ਗਏ ਸੀ। ਮੈਂ ਡਾਕਟਰ ਹਰਚਰਨ ਸਿੰਘ ਹੋਰਾਂ ਨੂੰ 1979 ਵਿੱਚ ਪਹਿਲੀ ਵਾਰ ਮਿਲਿਆ ਸਾਧੂ ਸਿੰਘ ਹਮਦਰਦ ਦੇ ਕੋਲ, ਜਦੋਂ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ ਸੀ। ਔਰ ਉਦੋਂ ਮੈਨੂੰ ਨਹੀਂ ਪਤਾ ਹੁਣ ਕਿ ਤੁਹਾਡੇ ਡਾਕਟਰ ਕੁਲਵੰਤ ਕੌਰ ਮੇਰੇ ਟੀਚਰ ਹੁੰਦੇ ਸੀ। ਹਾਂ, ਡਾਕਟਰ ਕੁਲਵੰਤ ਕੌਰ ਇਹਨਾਂ ਦੀ ਕਜ਼ਨ ਸਿਸਟਰ ਹੈ, ਮੇਰੇ ਟੀਚਰ ਸੀ। ਉਹੀ ਮੈਨੂੰ ਮਿਲਾਉਣ ਲੈ ਕੇ ਗਏ ਸੀ। ਔਰ ਕਿਉਂਕਿ ਮੈਂ ਵੀ ਜਿਹੜਾ ਆਪਾਂ ਇੱਥੇ ਹੁਣ ਗੱਲ ਇਦਾਂ ਦੀ ਕਰਨੀ ਬਣਦੀ ਨਹੀਂ, ਪਰ ਮੈਂ ਵੀ ਇਹਨਾਂ ਦੀ ਬਰਾਦਰੀ ਖਾਸ ਕਰਕੇ ਗੋਤ ਵੀ ਮੇਰਾ ਨਾਲ ਮਿਲਦਾ ਸੀ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਅਮਰੀਕ ਸਿੰਘ ਹੁਣੀ, ਬਰਵੈਤ ਹੁਣੀ, ਉਹ ਵੀ ਤੁਹਾਡੇ ਕਦਮ ਬ੍ਰਦਰ ਹੈ। ਮੈਨੂੰ ਉਸ ਵੇਲੇ ਨਹੀਂ ਸੀ ਪਤਾ। ਤਾਂ ਪਹਿਲੀ ਮੁਲਾਕਾਤ ਮੇਰੀ ਉੱਥੇ ਹੋਈ, ਜਦੋਂ ਉਹਨਾਂ ਮੈਨੂੰ ਥਾਪੜਾ ਦਿੱਤਾ ਕਿ ਤੂੰ ਸਾਡੇ ਵਿੱਚੋਂ ਕੋਈ ਬੱਚਾ ਤੇ ਪੰਜਾਬੀ ਦੀ ਐਮਏ ਕਰਨ ਆਇਆ। ਸਾਡੇ ਤਾਂ ਘਰਾਂ 'ਚ ਪੜ੍ਹਦੇ ਹੀ ਲੋਕ ਬੜੇ ਘੱਟ ਸੀ। ਫਿਰ ਦੂਜੀ ਮੁਲਾਕਾਤ ਮੇਰੀ ਉਹਨਾਂ ਦੀ ਪੰਜਾਬੀ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਹੈ, ਜਦੋਂ ਮੇਰੇ PhD ਦਾ ਵਾਈਵਾ ਡਾਕਟਰ ਹਰਚਰਨ ਸਿੰਘ ਹੋਰੀ ਕੀਤਾ ਸੀ। ਡਾਕਟਰ ਸਤੀਸ਼ ਹੋਰੀ ਮੇਰੇ ਗਾਈਡ ਸੀ, ਔਰ ਉਹ ਮੇਰੇ, ਕਿਉਂਕਿ ਇੱਕ ਜਿਹੜਾ ਸੀਗਾ, ਮੈਂ ਉਹਨਾਂ ਨੂੰ ਧੁੰਦ ਬੜੀ ਪਈ ਹੋਈ ਸੀ ਜਦੋਂ ਆਏ ਆ, ਮੈਨੂੰ ਅਜੇ ਵੀ ਯਾਦ ਹੈ। ਤੇ ਉਹਨਾਂ ਨੇ ਜਿਸ ਤਰ੍ਹਾਂ ਖੋਲੀ ਦਾ ਥੀਸਿਸ ਖੋਲ ਕੇ 2-3 ਸਵਾਲ ਜਿਹੜੇ ਮੈਨੂੰ ਕੀਤੇ, ਮੈਨੂੰ ਖੜਕਾਇਆ ਚੰਗੀ ਤਰ੍ਹਾਂ, ਮਤਲਬ ਜਿਹੜਾ ਉਹ ਮੈਨੂੰ ਇੱਕ ਯਾਦ ਉਹ ਹੈ। ਪਰ ਉਸ ਤੋਂ ਬਾਅਦ ਸੰਨ 2000 'ਚ ਜਦੋਂ ਮੈਂ ਪੰਜਾਬੀ ਅਕੈਡਮੀ ਦਿੱਲੀ ਦਾ ਸੈਕਟਰੀ ਬਣਿਆ, ਤੇ ਉਦੋਂ ਉਹਨਾਂ ਨੇ ਜਦੋਂ ਵਿਸ਼ਵ ਕਾਨਫਰੰਸ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ, ਉਦੋਂ ਮੇਰੀ ਨੇੜਤਾ ਉਹਨਾਂ ਨਾਲ ਜ਼ਿਆਦਾ ਹੋਈ, ਕਿਉਂਕਿ ਉਹ ਤੇ ਹੁਕਮ ਸਿੰਘ ਪੱਟੀ ਹੋਰੀ ਉਦੋਂ ਘੁੰਮ ਰਹੇ ਸੀ, ਸਾਰੇ ਲੋਕਾਂ ਨੂੰ ਇਨਵਾਈਟ ਕਰ ਰਹੇ ਸੀ। ਤੇ ਉਹ ਇੱਕ ਰਾਤ ਉਦੋਂ ਮੇਰੇ ਘਰ ਰਹੇ ਆ। ਮੇਰਾ ਘਰ ਬੜਾ ਛੋਟਾ ਜਿਹਾ ਸੀ, ਤੇ ਅਸੀਂ ਥੱਲੇ ਬਿਸਤਰੇ ਵਿਛਾ ਕੇ ਸੁੱਤੇ ਆ। ਉਦੋਂ ਦੇਖ ਲਓ, ਉਦੋਂ 2000 ਵਿੱਚ ਉਹਨਾਂ ਦੀ ਉਮਰ ਕਿੰਨੀ ਸੀ। ਔਰ ਉਸ ਤੋਂ ਬਾਅਦ ਫਿਰ ਮੈਨੂੰ ਸ਼ਾਇਦ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਵੇ ਕਿ ਪੰਜਾਬ ਕਲਾ ਪ੍ਰੀਸ਼ਦ ਵਿੱਚ ਜਿਹੜਾ ਆਡੀਟੋਰੀਅਮ ਬਣਿਆ, ਉਹ ਆਡੀਟੋਰੀਅਮ ਡਾਕਟਰ ਹਰਚਰਨ ਸਿੰਘ ਤੇ ਹੁਕਮ ਸਿੰਘ ਪੱਟੀ ਦੀ ਦੇਣ ਹੈ। ਥੋੜਾ ਜਿਹਾ ਕੰਟਰੀਬਿਊਸ਼ਨ ਮੇਰੀ ਤੇ ਡਾਕਟਰ ਨੂਰ ਦੀ ਵੀ ਉਹਦੇ ਚੇਂਜਿੰਗ ਸੀ, ਕਿ ਉਹਨਾਂ ਨੇ ਬੀੜਾ ਚੁੱਕ ਲਿਆ ਸੀ ਕਿ ਅਸੀਂ ਆਡੀਟੋਰੀਅਮ ਬਣਾਉਣਾ ਹੈ, ਪਰ ਪੈਸਿਆਂ ਦੀ ਕਮੀ ਕਰਕੇ, ਕਿਉਂਕਿ ਹੁਕਮ ਸਿੰਘ ਪੱਟੀ ਜਿਹੜਾ ਉਹ ਬਹੁਤ ਰਿਸੋਰਸਫੁਲ ਬੰਦਾ ਸੀ, ਉਹਨੂੰ ਪੈਸੇ ਇਕੱਠੇ ਕਰਨੇ ਆਉਂਦੇ ਸੀ, ਡਾਕਟਰ ਸਾਹਿਬ ਨੂੰ ਨਹੀਂ ਸੀ ਆਉਂਦੇ। ਡਾਕਟਰ ਸਾਹਿਬ ਦਾ ਚਿਹਰਾ ਵਰਤਦਾ ਸੀ, ਪੈਸੇ ਉਹ ਇਕੱਠੇ ਕਰਦਾ ਸੀ। ਤੇ ਉਹਨੇ ਇਹ ਬੀੜਾ ਚੁੱਕ ਲਿਆ, ਤੇ ਅਸੀਂ ਕਲਚਰ ਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਵਿੱਚ ਉਦੋਂ ਇੱਕ ਖਾਲਸਾ ਕਾਲਜ ਦਿੱਲੀ ਇੱਕ ਕੁੜੀ ਅੰਗਰੇਜ਼ੀ ਦੀ ਟੀਚਰ ਸੀ, ਉਹਦੇ ਹਸਬੈਂਡ ਉੱਥੇ ਡਾਇਰੈਕਟਰ ਸੀ, ਉਹਨਾਂ ਦੇ ਥਰੂ ਅਸੀਂ, ਕਿਉਂਕਿ ਮੈਂ ਵਾਰ-ਵਾਰ ਮਿਨਿਸਟਰੀ ਜਾਂਦਾ ਸੀ ਇਹਨਾਂ ਲਈ, ਤੇ ਉਹ ਗ੍ਰਾਂਟ ਅਸੀਂ ਉੱਥੋਂ ਲਿਆ ਕੇ ਦਿੱਤੀ ਸੀ। ਇੰਨਾ ਕੁ ਮੇਰਾ ਵੀ ਕੰਟਰੀਬਿਊਸ਼ਨ ਉਹ 'ਚ ਸੀਗਾ। ਉਹਨਾਂ ਦਿਨਾਂ 'ਚ ਫਿਰ ਬਹੁਤ ਵਾਰ ਡਾਕਟਰ ਸਾਹਿਬ ਮੇਰੇ ਕੋਲ ਆਉਂਦੇ ਰਹੇ, ਔਰ ਮੇਰੇ ਕੋਲ 2-3 ਰਾਤਾਂ ਲਗਾਤਾਰ ਕਰ ਰਹੇ। ਉਸ ਕਰਕੇ ਮੈਂ ਉਹਨਾਂ ਨੂੰ ਫਿਰ ਨੇੜਿਓਂ ਹੋ ਕੇ ਵੇਖਣ ਦਾ ਮੌਕਾ ਮਿਲਿਆ। ਤੇ ਪੜ੍ਹਦਿਆਂ ਜਿੰਨੇ ਕੁ ਉਹਨਾਂ ਦੇ ਨਾਟਕ ਪੜ੍ਹੇ ਸੀ, ਜਦੋਂ ਅਸੀਂ ਨਾਟਕਾਂ ਦੀ ਉਹਨਾਂ ਦੀ ਗੱਲ ਕਰਦੇ ਹਾਂ ਅਸੀਂ, ਜਾਂ ਪੰਜਾਬੀ ਨਾਟਕ ਦੀ ਗੱਲ ਕਰਦੇ ਹਾਂ, ਤੇ ਅਸੀਂ ਸ਼ੁਰੂ ਕਰ ਲਏ ਨੇ 1913 ਵਿੱਚ ਪੰਜਾਬੀ ਨਾਟਕ ਸ਼ੁਰੂ ਹੋਇਆ। ਔਰ ਅਸੀਂ ਡਾਕਟਰ ਹਰਚਰਨ ਸਿੰਘ ਹੋਰਾਂ ਨਾਲ, ਕਿਉਂਕਿ ਮੇਰੀਆਂ ਫਿਰ ਲੰਬੀਆਂ ਗੱਲਾਂ ਹੁੰਦੀਆਂ ਰਹੀਆਂ, ਤੇ ਉਹ ਇਹ ਕਹਿੰਦੇ ਹੁੰਦੇ ਸੀ ਕਿ ਨਾਟਕ ਖਲਾ 'ਚੋਂ ਨਹੀਂ ਪੈਦਾ ਹੋਇਆ। 1913 'ਚ ਨਾਟਕ ਦੀ ਸ਼ੁਰੂਆਤ ਨੂੰ ਉਹ ਨਹੀਂ ਸੀ ਮੰਨਦੇ, ਕਿਉਂਕਿ ਉਹ ਕਹਿੰਦੇ ਸੀ ਕਿ ਨਾਟਕ ਦੀ ਆਧਾਰਸ਼ਿਲਾ
ਧਰਮ ਹੈ ਪੂਰੀ ਦੁਨੀਆ ਵਿੱਚ। ਸਾਡੇ ਹੀ ਨਹੀਂ, ਉਹਨੇ ਕਿਹਾ ਕਿ ਜਿਹੜਾ ਯੂਨਾਨੀ ਪੁਰਾਤਨ ਯੂਨਾਨੀ ਨਾਟਕ ਵੀ ਹੈ ਉਹ ਵੀ ਧਰਮ ਦੀ ਆਧਾਰਸ਼ਿਲਾ ਤੇ ਖੜਾ ਹੈ। ਔਰ ਖਾਸ ਕਰਕੇ ਡਾਇਓਨੀਸੀਅਸ ਦੀ ਜਿਹੜੀ ਘਟਨਾ ਆ, ਉਹਦੇ ਪੁਨਰ ਜਨਮ ਦੀ ਘਟਨਾ, ਤੇ ਉੱਥੇ ਜਿਹੜੀ ਉਹਦੀ ਪੂਜਾ ਦੀ ਘਟਨਾ, ਉਹਦਾ ਉਹ ਖਾਸ ਕਰਕੇ ਜ਼ਿਕਰ ਕਰਦੇ ਹੁੰਦੇ ਸੀ ਕਿ ਕਿਵੇਂ ਉਹਦੇ ਸ਼ਹੀਦੀ ਤੇ ਉਹਦੇ ਪੁਨਰ ਜਨਮ ਦੇ ਆਧਾਰ ਬਣਾ ਕੇ ਜਿਹੜਾ ਉਹ ਨਾਟਕ ਲਿਖਣਾ ਸ਼ੁਰੂ ਹੋਇਆ। ਐਵੇਂ ਉਹ ਸੰਸਕ੍ਰਿਤ ਨਾਟਕ ਦੀ ਵੀ ਗੱਲ ਕਰਦੇ ਸੀ ਕਿ ਸੰਸਕ੍ਰਿਤ ਦਾ ਨਾਟਕ ਵੀ ਜਿਹੜਾ ਸਾਰਾ ਹੈ ਉਹ ਬਹੁਤਾ ਮਿਥੀਕਲ ਨਾਟਕ ਹੈ। ਉਹਦੇ ਵਿੱਚ ਕਾਲੀਦਾਸ ਦੇ ਭਾਵੇਂ ਮੇਘਦੂਤਮ ਲੈ ਲਈਏ, ਜਾਂ ਅਭਿਗਿਆਨ ਸ਼ਕੁੰਤਲਮ ਲੈ ਲਈਏ, ਜਾਂ ਬਾਸ ਦੇ ਨਾਟਕ ਲੈ ਲਈਏ, ਉਹਨਾਂ ਸਾਰਿਆਂ ਦੀ ਆਧਾਰਸ਼ਿਲਾ ਧਰਮ ਹੈ। ਇਸ ਕਰਕੇ ਜਾਂ ਬਾਸ ਦੇ ਨਾਟਕਾਂ ਦੀ ਉਹ ਗੱਲ ਕਰਦੇ ਸੀ। ਪਰ ਜਦੋਂ ਪੰਜਾਬੀ ਨਾਟਕ ਦੇ ਆਰੰਭ ਦੀ 1913 ਦੀ ਗੱਲ ਕਰਦਿਆਂ ਉਹ ਕਹਿੰਦੇ ਸੀ ਕਿ ਉਦੋਂ ਜਿਹੜਾ 1913 ਵਿੱਚ ਵੀ ਜਿਹੜਾ ਅਸੀਂ ਕਹਿੰਦੇ ਹਾਂ ਕਿ ਪਹਿਲੀ ਵਾਰੀ ਪੰਜਾਬੀ ਨਾਟਕ ਨੂੰ ਰੰਗਮੰਚ ਮਿਲਿਆ, ਪਰ ਉਹ ਫਿਰ JC ਓਮਾਨ ਦੀ ਕਿਤਾਬ ਦਾ ਜ਼ਿਕਰ ਕਰਦੇ ਸੀ ਕਿ ਜਿਹਦੇ ਵਿੱਚ ਉਹ ਕਹਿ ਰਿਹਾ ਕਿ 1910-11 ਵਿੱਚ ਲਾਹੌਰ ਦੇ ਵਿੱਚ ਪਹਿਲਾ ਨਾਟਕ ਘਰ ਬਣ ਗਿਆ ਸੀ। ਤੇ ਉਹ ਆਪ ਉਹਨਾਂ ਨੇ ਡਾਕਟਰ ਸਤੀਸ਼ ਹੋਰਾਂ ਨੇ ਇੱਕ ਇੰਟਰਵਿਊ ਛਪੀ ਹੋਈ ਆ, ਮੈਂ ਉਸ ਇੰਟਰਵਿਊ 'ਚੋਂ ਪੜ੍ਹਿਆ, ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਪੰਜਾਬ ਦੀ ਜਿਹੜੀ ਨਾਟਕ ਪਰੰਪਰਾ ਦੇ ਪਿੱਛੇ ਜਿਹੜੀਆਂ ਘਟਨਾਵਾਂ ਪਈਆਂ ਸੀ ਉਹ ਪੰਜਾਬ ਦੀ ਲੋਕ ਨਾਟ ਪਰੰਪਰਾ ਸੀ, ਪਾਰਸੀ ਥੀਏਟਰ ਤੇ ਟੈਂਪਰੈਂਸ ਸੁਸਾਇਟੀ ਦੇ ਨਾਟਕ ਸੀ, ਜਾਂ ਫਿਰ ਉਹ ਕਹਿੰਦੇ ਆ ਕਿ ਇਹਦੇ ਪਿੱਛੇ ਈਸਾਈ ਮਿਸ਼ਨਰੀਆਂ ਦੇ ਨਾਟਕ ਸੀ, ਤੇ ਜਾਂ ਉਹ ਫਿਰ ਕਹਿੰਦੇ ਨੇ ਕਿ ਜਿਹੜਾ ਕਾਲੀਦਾਸ ਦਾ ਜਿਹੜਾ ਅਭਿਗਿਆਨ ਸ਼ਕੁੰਤਲਮ ਦਾ ਟ੍ਰਾਂਸਲੇਸ਼ਨ ਹੈਗਾ ਡਾਕਟਰ ਚਰਨ ਸਿੰਘ ਦਾ, ਉਹ ਕਹਿੰਦੇ ਕਿ ਉਹਦੀ ਗਰਾਊਂਡ ਬਣਾਉਣ ਦੇ ਪਿੱਛੇ ਉਹਨਾਂ ਦਾ ਬੜਾ ਵੱਡਾ ਰੋਲ ਹੈ। ਔਰ ਉਸ ਤੋਂ ਬਾਅਦ ਜਿਹੜੇ ਬਾਕੀ ਨਾਟਕਾਂ ਦਾ ਜ਼ਿਕਰ ਹੈ, ਚੰਦਰ ਹਰੀ ਦੀ ਜ਼ਿਕਰ ਕਰੀਏ, ਜਾਂ ਰਾਜਾ ਲਖਤਾਤਾ ਸਿੰਘ ਦਾ ਜ਼ਿਕਰ ਕਰੀਏ, ਜਾਂ ਜ਼ੈਨਾ ਦਾ ਬਰਲਾਪ ਜਿਹੜਾ ਭਾਈ ਵੀਰ ਸਿੰਘ ਦਾ ਨਾਟਕ ਉਸ ਤੋਂ ਵੀ ਪੁਰਾਣਾ ਸਾਨੂੰ ਮਿਲਿਆ, ਉਹ ਸਾਰੇ ਦਾ ਆਧਾਰ ਧਰਮ ਹੈ। ਸੋ ਡਾਕਟਰ ਹਰਚਰਨ ਸਿੰਘ ਹੋਰਾਂ ਦਾ ਜਿਹੜਾ ਨਾਟਕ ਵੱਲ ਜਿਹੜਾ ਝੁਕਾਅ ਆ, ਉਹ ਭਾਵੇਂ ਕਿ ਜਿਹੜਾ ਉਹਨਾਂ ਦਾ ਜਿਹੜਾ ਇਬਸਨ ਦੀ ਸ਼ੈਲੀ ਦਾ ਨਾਟਕ ਹੈ, ਜਾਂ ਯਥਾਰਥਵਾਦੀ ਨਾਟ ਸ਼ੈਲੀ ਦੇ ਨਾਟਕ ਕਹਿੰਦੇ ਅਸੀਂ ਉਹਨਾਂ ਨੇ ਲਿਖੇ ਆ, ਪਰ ਉਹਨਾਂ ਦੇ ਮਨ ਵਿੱਚ ਕਿਤੇ ਮੈਨੂੰ ਲੱਗਦਾ ਹੈ ਕਿ ਕਿਤੇ ਧਰਮ ਜ਼ਰੂਰ ਪਿਆ ਸੀ, ਕਿਉਂਕਿ ਉਹ ਜਿਹੜਾ 1900 ਕਮਲਾ ਕੁਮਾਰੀ 1937 'ਚ ਆਉਂਦਾ ਹੈ, ਔਰ ਉਸ ਤੋਂ ਬਾਅਦਾਂ ਜਿਹੜਾ ਉਹਨਾਂ ਦਾ ਨਾਟਕ ਹੈ ਜਿਹੜਾ ਉਹ ਇੱਕ ਸਾਕੀ ਦੇ ਆਧਾਰ ਤੋਂ ਇੱਕ ਇਕਾਂਗੀ ਜਾਂ ਛੋਟਾ ਨਾਟਕ ਲਿਖਦੇ ਆ। ਔਰ ਜਿਹੜਾ ਡਾਕਟਰ ਸਤੀਸ਼ ਹੋਰੀ ਹੁਣੀ ਗੱਲ ਕਰ ਰਹੇ ਸੀ ਕਿ 92 ਸਾਲ ਦੀ ਉਮਰ ਹੈ ਡਾਕਟਰ ਸਾਹਿਬ ਦੀ, ਔਰ 92 ਸਾਲਾਂ ਦੇ ਵਿੱਚੋਂ 66 ਸਾਲ 66 ਈਅਰਸ ਜਿਹੜੇ ਆ ਉਹ ਪੰਜਾਬੀ ਨਾਟਕ ਤੇ ਪੰਜਾਬੀ ਰੰਗਮੰਚ ਦੇ ਲੇਖੇ ਉਹਨਾਂ ਨੇ ਲਾਏ ਆ। ਔਰ ਇਹ ਕਿੱਡੀ ਵੱਡੀ ਘਾਲਣਾ ਆ ਕਿ ਇਹਨਾਂ 66 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੰਮ ਕੀਤਾ। ਔਰ ਖਾਸ ਕਰਕੇ ਨਾਟਕ ਵੱਲ ਆਉਣ ਦੀ ਜਿਹੜੀ ਘਟਨਾ ਦਾ ਉਹ ਆਪ ਜ਼ਿਕਰ ਕਰਦੇ ਆ ਲਾਲ ਸਿੰਘ ਕਮਲਾ ਅਕਾਲੀ ਦੇ ਹਵਾਲੇ ਦੇ ਨਾਲ, ਕਿ ਉਹਨਾਂ ਨੇ ਸੋਚਿਆ ਸੀ ਕਿ ਮੈਂ ਕੋਈ ਨੌਕਰੀ ਜਾ ਕੇ ਰੰਗੂਨ ਕਰਨੀ ਹੈ। ਮੈਂ ਉਹਨਾਂ ਦੇ ਆਪਣੇ ਲਿਖੇ ਵਿੱਚੋਂ ਹਵਾਲੇ ਦੇ ਰਿਹਾ ਕਿ ਉਹ ਕਹਿੰਦੇ ਕਿ ਮੈਂ ਆਪ ਰੰਗੂਨ ਜਾਣਾ ਸੀ ਨੌਕਰੀ ਕਰਨ, ਔਰ ਕਮਲਾ ਅਕਾਲੀ ਤੋਂ ਉਹਨਾਂ ਨੇ ਚਿੱਠੀ ਵੀ ਲੈ ਲਈ। ਔਰ ਜਦੋਂ ਲੁਧਿਆਣੇ ਉਹ ਜਾਂਦੇ ਆ ਟ੍ਰੇਨ ਚੜ੍ਹਨ, ਤੇ ਉੱਥੇ ਜਾ ਕੇ ਮਨ ਬਦਲ ਜਾਂਦਾ ਹੈ, ਔਰ ਫਿਰ ਉਹ ਉੱਥੋਂ ਦੇਹਰਾਦੂਨ ਚਲੇ ਜਾਂਦੇ ਆ। ਔਰ ਦੇਹਰਾਦੂਨ ਜਾ ਕੇ ਕਲਕੱਤੇ ਜਾਣ ਦੀ ਬਜਾਏ, ਕਲਕੱਤੇ ਦੀ ਜਾਣਾ ਸੀ ਉਹਨੇ, ਉੱਥੋਂ ਦੇਹਰਾਦੂਨ ਚਲੇ ਜਾਂਦੇ। ਦੇਹਰਾਦੂਨ ਜਾ ਕੇ ਉਹਨਾਂ ਨੇ ਪਹਿਲਾ ਨਾਟਕ ਜਿਹੜਾ ਉਹ ਕਮਲਾ ਕੁਮਾਰੀ ਦੇਹਰਾਦੂਨ ਬੈਠ ਕੇ ਉਹ ਲਿਖਦੇ ਆ। ਔਰ ਉਸ ਤੋਂ ਬਾਅਦਾਂ 2004 ਤੱਕ ਗੁਰੂ ਮਾਨਿਓ ਗ੍ਰੰਥ ਤੱਕ ਆਉਂਦਿਆਂ ਉਹਨਾਂ ਦੇ 26 ਪੂਰੇ ਨਾਟਕ, 8 ਇਕਾਂਗੀ ਨਾਟਕਾਂ ਦੇ ਸੰਗ੍ਰਹਿ, 3 ਲਘੂ ਨਾਟਕ, 6 ਨਾਟਕ ਤੇ ਥੀਏਟਰ ਬਾਰੇ ਉਹਨਾਂ ਦੀਆਂ ਖੋਜ ਤੇ ਆਲੋਚਨਾ ਦੀਆਂ ਪੁਸਤਕਾਂ, ਤੇ 2 ਸੰਪਾਦਿਤ ਪੁਸਤਕਾਂ ਸਾਨੂੰ ਮਿਲਦੀਆਂ। ਸੋ ਇੱਦਾਂ ਲੱਗਦਾ ਮੈਨੂੰ ਕਿ ਜਿਵੇਂ 1914 'ਚ ਉਹਨਾਂ ਦਾ ਜਨਮ ਹੋਇਆ, 1937 'ਚ ਪਹਿਲਾ ਨਾਟਕ ਆ ਗਿਆ, 23 ਸਾਲ ਦੀ ਉਮਰ ਤੋਂ 92 ਸਾਲ ਤੱਕ ਸਾਰਾ ਜੀਵਨ ਜਿਹੜਾ ਉਹਨਾਂ ਦਾ ਉਹ ਰੰਗ ਮੰਚ ਤੇ ਜੀਵਨ ਮੰਚ ਦਾ ਜਿਹੜਾ ਹੈਗਾ ਉਹ ਇੱਕ ਸੁਰ ਰੱਖੀ ਰੱਖਿਆ ਆਪਣੇ ਜੀਵਨ ਮੰਚ ਨੂੰ, ਨਹੀਂ ਰੰਗ ਮੰਚ ਦੇ ਨਾਲ। ਤੇ ਪਹਿਲੀ ਪੀੜ੍ਹੀ ਤੋਂ ਲੈ ਕੇ ਜਿਹੜੀ ਪੀੜ੍ਹੀ ਬਣ ਜਦੋਂ ਅਸੀਂ ਨਾਟਕਕਾਰਾਂ ਦੀ ਕਰਦੇ ਹਾਂ, ਈਸ਼ਵਰ ਚੰਦਰ ਨੰਦਾ ਤੋਂ ਲੈ ਕੇ ਤੇ 2006 ਤੱਕ ਜਿਹੜੀ ਚੌਥੀ ਪੀੜ੍ਹੀ ਸਾਡੀ ਨਾਟਕਕਾਰਾਂ ਦੀ ਹੈ, ਉਹ ਸਾਰੀਆਂ ਪੀੜ੍ਹੀਆਂ ਦੇ ਪੈਰਲਲ ਉਹਨਾਂ ਦੀ ਨਾਟਕ ਰਚਨਾ ਹੈਗੀ ਹੈ। ਜੇ ਉਹ ਈਸ਼ਵਰ ਚੰਦਰ ਨੰਦਾ ਤੇ ਉਸ ਤੋਂ ਬਾਅਦ ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ,
ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁੱਲ, ਇਹ ਨਾਟਕਕਾਰ ਸੀ। ਸੰਤ ਸਿੰਘ ਸੇਖੋਂ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਉਹਨਾਂ ਦੇ ਨਾਟਕ ਆਏ ਆ। ਅਤੇ ਫਿਰ ਦੂਜੀ ਪੀੜ੍ਹੀ ਵਿੱਚ ਜਦੋਂ ਕਪੂਰ ਸਿੰਘ ਘੁੰਮਣ ਹੋਰੀ, ਸੁਰਜੀਤ ਸਿੰਘ ਸੇਠੀ ਜਿਹੜੇ ਹੈਗੇ ਆ, ਅਤੇ ਇਹਨਾਂ ਦੇ ਨਾਟਕ, ਇਹਨਾਂ ਦੇ ਨਾਲ ਵੀ ਪੈਰਲਲ ਉਹਨਾਂ ਦੀ ਨਾਟ ਰਚਨਾ ਹੋ ਰਹੀ ਹੈ। ਫਿਰ ਡਾਕਟਰ ਆਤਮਜੀਤ ਔਰ ਅਜਮੇਰ ਔਲਖ, ਭਾਜੀ ਗੁਰਸ਼ਰਨ ਸਿੰਘ, ਉਹਨਾਂ ਦੇ ਪੈਰਲਲ ਵੀ ਰਚਨਾ ਹੈਗੀ। ਔਰ ਫਿਰ ਤੁਸੀਂ 2006 ਤੱਕ ਆਉਂਦਿਆਂ ਜਿਹੜੀ ਸਾਡੀ ਚੌਥੀ ਪੀੜ੍ਹੀ ਹੈ, ਸੁਵਰਾਜ ਵੀਰ ਅਤੇ ਪਾਲੀ ਭੁਪਿੰਦਰ ਵਰਗਿਆਂ ਦੀ ਪੀੜ੍ਹੀ, ਉਹਦੇ ਨਾਲ ਵੀ ਉਹਨਾਂ ਦੇ ਪੈਰਲਲ ਉਸ ਨਾਟਕ ਵਿੱਚ ਵੀ, ਉਸ ਦੌਰ ਵਿੱਚ ਵੀ ਨਾਟਕ ਉਹਨਾਂ ਦੇ ਆਉਂਦੇ ਰਹੇ। ਸੋ ਇਹਨਾਂ ਦੇ ਜਿਹੜੀ ਹੈਗੀ ਆ, ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਹੈਗੀ ਆ, ਜਿਹੜੀ ਉਹਨਾਂ ਦੀ ਨਾਟਕ ਕਲਾ ਨੂੰ ਜਦੋਂ ਮੈਂ ਦੇਖਦਾ ਤਾਂ ਲੱਗਦਾ ਕਿ ਉਹਨਾਂ ਦੀ ਨਾਟਕ ਕਲਾ ਉਹਨਾਂ ਦੇ ਅੰਤਰੀਬ ਵਿੱਚ ਕਿਤੇ ਛੁਪੀ ਹੋਈ ਹੈ। ਔਰ ਖਾਸ ਕਰਕੇ ਜਦੋਂ ਆਪਣੀਆਂ ਇੰਟਰਵਿਊਜ਼ ਵਿੱਚ ਜ਼ਿਕਰ ਕਰਦੇ ਆ ਕਿ ਮੈਂ ਬਚਪਨ ਵਿੱਚ ਆਪਣੇ ਪਿੰਡ ਰਹਿੰਦਾ ਹੋਇਆ ਕਦੇ ਨਕਲਾਂ ਵੇਖਣ ਬਹੁਤ ਜਾਂਦਾ ਸੀ, ਜਾਂ ਉੜਾ ਪੜਦੀ, ਉਹ ਕਹਿ ਰਹੇ ਨੇ ਰਾਮਲੀਲਾ ਅਤੇ ਲਸਾੜੇ ਦੀ ਰਾਸ ਲੀਲਾ, ਉਹਦਾ ਬਹੁਤ ਖਾਸ ਉਹਨਾਂ ਨੇ ਵਾਰ-ਵਾਰ ਜ਼ਿਕਰ ਕੀਤਾ ਕਈ ਇੰਟਰਵਿਊਜ਼ ਦੇ ਵਿੱਚ, ਕਿ ਉਹਨਾਂ ਦਾ ਪ੍ਰਭਾਵ ਉਹਨਾਂ ਦੇ ਉੱਤੇ ਬਹੁਤ ਹੈ, ਜਿਸ ਵਜ੍ਹਾ ਨਾਲ ਮੈਨੂੰ ਲੱਗਦਾ ਕਿ ਉਹਨਾਂ ਦਾ ਝੁਕਾਅ ਨਾਟਕ ਵੱਲ ਹੁੰਦਾ ਹੈ। ਔਰ ਜਿਹੜਾ 1937 ਵਿੱਚ ਕਮਲਾ ਕੁਮਾਰੀ ਆਉਣ ਤੋਂ ਬਾਅਦ, ਜਿਵੇਂ ਦੱਸਿਆ ਕਿ 1938 ਵਿੱਚ ਵੀ ਜਿਹੜਾ ਉਹਨਾਂ ਦਾ ਨਾਟਕ ਪਹਿਲਾ ਮਲਕ ਭਾਗੋਵਾਲੀ ਸਾਖੀ ਦੇ ਉੱਤੇ ਆਉਂਦਾ ਹੈ, ਜਿਹੜਾ ਹੰਸ ਉਸ ਨਾਟਕ ਦਾ ਨਾਂ ਆ। ਤੋ ਇਹ ਲੱਗਦਾ ਮੈਨੂੰ ਕਿ ਉਹਨਾਂ ਦੇ, ਕਿਉਂਕਿ ਮੈਂ ਬਹੁਤੀ ਗੱਲ ਸ਼ਤਾਬਦੀ ਨਾਟਕਾਂ ਦੀ ਕਰਨੀ ਆ, ਅਤੇ ਉਹਨਾਂ ਦੇ ਮਨ ਵਿੱਚ ਸਿੱਖ ਧਰਮ ਦੇ ਨਾਲ ਸੰਬੰਧਿਤ ਨਾਟਕ ਲਿਖਣ ਦੀ ਜਿਹੜੀ ਉਹਨਾਂ ਦੀ ਇੱਛਾ ਸੀ, ਉਹ ਇੱਥੋਂ ਪਤਾ ਲੱਗ ਜਾਂਦੀ। ਕਿ ਉਸ ਤੋਂ ਬਾਅਦ ਫਿਰ ਪੁੰਨਿਆ ਦਾ ਚੰਨ 1900 ਜਿਹੜਾ ਹੈਗਾ 35 ਵਿੱਚ ਕਿਤੇ ਆਉਂਦਾ, ਸ਼ਾਇਦ ਪੁੰਨਿਆ ਦਾ ਚੰਨ ਆਉਂਦਾ ਹੈ, ਜਦੋਂ ਤੱਕ ਅਜੇ ਸ਼ਤਾਬਦੀ ਨਾਟਕਾਂ ਦਾ ਦੌਰ ਨਹੀਂ ਹੈ। ਇਹ ਉਹਨਾਂ ਦਾ ਮੈਨੂੰ ਲੱਗਦਾ ਕਿ ਸ਼ਤਾਬਦੀ ਨਾਟਕਾਂ ਵਾਸਤੇ ਉਹਨਾਂ ਦੀ ਟ੍ਰੇਨਿੰਗ ਦਾ ਸਮਾਂ ਹੈ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਨਾਟਕ, ਸ਼ਤਾਬਦੀ ਨਾਟਕਾਂ ਦੀ, ਅਤੇ ਸਾਡੇ ਸਾਹਮਣੇ ਡਾਕਟਰ ਬਲਕਾਰ ਸਿੰਘ ਗੁਰੀ ਬੈਠੇ ਨੇ, ਕਿ ਇਹ ਕੰਮ ਬਹੁਤ ਔਖਾ ਹੈ। ਸਿੱਖ ਧਰਮ ਦੀਆਂ ਜਿਹੜੀਆਂ ਮਾਨਤਾਵਾਂ ਹੈ ਉਹਦੇ ਵਿੱਚ ਰਹਿੰਦਿਆਂ ਸ਼ਤਾਬਦੀ ਨਾਟਕ ਲਿਖਣਾ ਬਹੁਤ ਔਖਾ ਕੰਮ ਸੀ, ਇੱਕ ਨਵੀਂ ਪਿਰਤ ਪਾਉਣ ਵਾਲੀ ਗੱਲ ਸੀ। ਕਿਉਂਕਿ ਹੁਣ ਤਾਂ ਖੈਰ ਬਹੁਤ ਹੋ ਗਿਆ, ਹੁਣ ਲਾਟੇ ਹੋਣਾ ਅਤੇ ਮੈਂ ਅਸੀਂ ਇਕੱਠਿਆਂ ਵੀ ਸਹਿਆ ਜਿਹੜਾ ਤਾਲਬਾਨੀਕਰਨ ਹੈ ਸਿੱਖੀ ਦਾ, ਉਹ ਮੈਂ ਅਤੇ ਲਾਟੇ ਹੋਣਾ ਇਕੱਠਿਆਂ ਵੀ ਸਹਿ ਕੇ ਵੇਖ ਲਿਆ ਦਿੱਲੀ। ਪਰ ਇਸ ਕੰਮ ਨੂੰ ਦਿਸ਼ਾ ਦੇਣ ਦਾ ਜਿਹੜਾ ਕੰਮ ਸੀ ਕਿ ਸ਼ਤਾਬਦੀ ਨਾਟਕ ਦਾ ਮੁਹਾਂਦਰਾ ਕਿਹੋ ਜਿਹਾ ਹੋਵੇ, ਇਸ ਨਾਟਕ ਦੇ ਵਿੱਚ ਕਿਵੇਂ ਜਿਹੜਾ ਨਾਇਕ ਨੂੰ ਕਿਵੇਂ ਪੇਸ਼ ਕੀਤਾ ਜਾਵੇ, ਉਹ ਇੱਕ ਬਹੁਤ ਨਵਾਂ ਤਜਰਬਾ ਸੀ। ਮੇਰਾ ਖਿਆਲ ਪੰਜਾਬੀ ਨਾਟਕ ਨਹੀਂ, ਦੁਨੀਆ ਦੇ ਨਾਟਕ ਵਿੱਚ ਇੱਕ ਨਵਾਂ ਤਜਰਬਾ ਸੀ ਕਿ ਤੁਸੀਂ ਨਾਇਕ ਨੂੰ ਪੇਸ਼ ਕੀਤੇ ਬਗੈਰ ਕਿਵੇਂ ਨਾਇਕ ਨੂੰ ਲੈ ਕੇ ਆਉਣਾ ਮੰਚ ਦੇ ਉੱਤੇ। ਅਤੇ ਉਹਦੇ ਵਿੱਚ ਕਿਉਂਕਿ ਪੁੰਨਿਆ ਦਾ ਚੰਨ ਲਿਖਣ ਤੋਂ ਬਾਅਦ ਉਹਨੂੰ ਉਹ ਖੇਡ ਚੁੱਕੇ ਸੀ ਲਾਇਰਪੁਰ ਖਾਲਸਾ ਕਾਲਜ ਦੇ ਵਿੱਚ, ਔਰ ਉਸ ਤੋਂ ਬਾਅਦ ਪੁੰਨਿਆ ਦਾ ਚੰਨ YMCA ਦਿੱਲੀ ਵੀ ਖੇਡ ਚੁੱਕੇ ਸੀ। ਉਹਨਾਂ ਕੋਲ ਇੱਕ ਤਜਰਬਾ ਸੀ ਉਹਨੂੰ ਪੇਸ਼ ਕਰਨ ਦਾ। ਔਰ ਜਦੋਂ 1666 ਦੇ ਵਿੱਚ ਪੰਜਾਬੀ ਸੂਬੇ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ 1966 ਦੇ ਵਿੱਚ 300 ਸਾਲਾ ਆਉਂਦਾ, ਉਸ ਵੇਲੇ ਜਿਹੜੇ ਉਹਨਾਂ ਦੇ 3 ਨਾਟਕ ਹੈ, ਇਤਿਹਾਸ ਜਵਾਬ ਮੰਗਦਾ ਹੈ, ਚਮਕੌਰ ਦੀ ਗੜੀ ਅਤੇ ਜ਼ਫਰਨਾਮਾ, ਪਹਿਲੇ ਉਹਦਾ ਕੋਈ ਨਾਂ ਹੋਰ ਹੈ, ਉਹਦਾ ਮੈਂ ਮੁੱਖ ਬੰਦ ਅੱਜ ਸਵੇਰੇ ਪੜ੍ਹ ਰਿਹਾ ਸੀ ਉਸ ਨਾਟਕ ਦਾ, ਜਿਹੜਾ ਉਹਨਾਂ ਦਾ ਆਖਰੀ ਉਹਨਾਂ ਦਾ ਜਿਹੜਾ ਐਡੀਸ਼ਨ ਹੈ ਉਹਦੇ ਵਿੱਚ, ਕਿ ਉਹ ਕਿਵੇਂ ਉਹਨਾਂ ਨੇ ਉਹ ਨਾਟਕ ਲਿਖੇ ਔਰ ਕਿਵੇਂ ਫਿਰ ਉਹਨਾਂ 3 ਨਾਟਕਾਂ ਨੂੰ ਇੱਕ ਨਾਟਕ ਵਿੱਚ ਪਰੋਇਆ। ਔਰ ਉਸ ਨਾਟਕ ਦੇ ਵਿੱਚ ਤੁਸੀਂ ਦੇਖੋ ਕਿ ਪਹਿਲੀ ਵਾਰੀ ਇੱਕ ਬਰੇਟੇ ਦਾ ਦਰਖਤ, ਬੋਹੜ ਦਾ ਦਰਖਤ ਜਿਹੜਾ ਉਹ ਪਾਤਰ ਬਣਾ ਕੇ ਪੇਸ਼ ਕੀਤਾ ਉਹਨਾਂ ਨੇ। ਔਰ ਉਸ ਪਾਤਰ ਦੇ ਰਾਹੀਂ, ਥੇ ਵਿਗਿਆਨੀਆਂ ਦੇ ਰਾਹੀਂ, ਕਿਵੇਂ ਉਹ ਨਾਇਕ ਤੇ ਪ੍ਰਤੀ ਨਾਇਕ ਦੀ ਜਿਹੜੀ ਪੇਸ਼ਕਾਰੀ ਆ ਉਹ ਬਹੁਤ ਕੋਈ ਮੈਨੂੰ ਲੱਗਦਾ ਡਾਕਟਰ ਹਰਚਰਨ ਸਿੰਘ ਹੀ ਕਰ ਸਕਦੇ ਸੀ ਉਸ ਵੇਲੇ ਦਾ, ਹੋਰ ਦੂਜਾ ਨਾਟਕ ਮੈਨੂੰ ਕਰ ਵੀ ਨਹੀਂ ਸਕਦਾ ਸੀ ਮੈਨੂੰ ਲੱਗਦਾ। ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਥੋੜ੍ਹੇ, ਜਦੋਂ ਇਹ ਨਾਟਕ ਲਿਖਿਆ ਜਾ ਰਿਹਾ ਉਹਨਾਂ ਦਿਨਾਂ ਵਿੱਚ ਹੀ ਬਲਵੰਤ ਗਾਰਗੀ ਦਾ ਗਗਨਮੇ ਥਾਲ ਵੀ ਆਉਂਦਾ ਹੈ। ਔਰ ਬਲਵੰਤ ਗਾਰਗੀ ਬਹੁਤ ਸਾਡੇ ਵੱਡੇ ਨਾਟਕਕਾਰ ਹੈ। ਬਲਵੰਤ ਗਾਰਗੀ ਦੀ ਨਾਟਕਕਾਰੀ ਦਾ, ਉਹਦੀ ਰੰਗਮੰਚ ਦੀ ਸੂਝ ਦਾ ਕੋਈ ਸਾਨੀ ਨਹੀਂ ਹੈ। ਪਰ ਜੇ ਤੁਸੀਂ ਗਗਨਮੇ ਥਾਲ ਨੂੰ ਸ਼ਤਾਬਦੀ ਨਾਟਕ ਵਜੋਂ ਵੇਖੋ ਤੇ ਉਹ ਨਾਟਕ
ਬਿਲਕੁਲ ਫੇਲਿਅਰ ਨਾਟਕ ਹੈ, ਕਿਉਂਕਿ ਉਹ ਖੇਡਿਆ ਹੀ ਨਹੀਂ ਜਾ ਸਕਦਾ। ਮੈਨੂੰ ਨਹੀਂ ਪਤਾ ਕਿ ਕਿਤੇ ਖੇਡਿਆ ਗਿਆ ਕਿ ਨਹੀਂ ਗਿਆ, ਡਾਕਟਰ ਸਤੀਸ਼ ਚਲੇ ਗਏ, ਉਹਨਾਂ ਨੂੰ ਪਤਾ ਹੋਊਗਾ, ਕਿਉਂਕਿ ਉਹਦੇ ਵਿੱਚ ਮਹਿਤਾ ਕਾਲੂ ਜੀ, ਬੇਬੇ ਨਾਨਕੀ ਜੀ ਔਰ ਮਾਤਾ ਤ੍ਰਿਪਤਾ ਜੀ, ਤਿੰਨੋਂ ਉੱਚੇ ਪਾਤਰ ਹੈਗੇ। ਉਹ ਤਿੰਨੇ ਮਰਦਾਨਾ ਵੀ ਪਾਤਰ ਆ ਉੱਚੇ। ਹੁਣ ਉਹ ਨਾਟਕ ਤੇ ਕਦੇ ਸਟੇਜ ਤੇ ਆ ਹੀ ਨਾ ਸਕਦਾ ਸੀ। ਮੈਨੂੰ ਲੱਗਦਾ ਕਿ ਲਿਖਿਆ ਭਾਵੇਂ ਸਟੇਜ ਦਾ ਕਮਿਸ਼ਨ ਕਰਕੇ ਲਿਖਿਆ ਗਿਆ, ਪਰ ਉਹਦੇ ਪੈਰਲਲ ਜਿਹੜੇ ਦੂਜੇ ਨਾਟਕ ਹੈ ਡਾਕਟਰ ਹਰਚਰਨ ਸਿੰਘ ਹੋਰਾਂ ਦਾ ਜਿਹੜਾ ਨਾਟਕ ਹੈ, ਜਿਹੜਾ ਇਹ ਚਮਕੌਰ ਦੀ ਗੜੀ, ਜਾਂ ਜਿਹੜੇ ਇਸ ਨਾਟਕ ਨੂੰ ਬਾਅਦ 'ਚ ਚਮਕੌਰ ਦੀ ਗੜੀ ਦੇ ਨਾਂ ਹੇਠੀ ਛਪੇ ਤਿੰਨੋਂ ਨਾਟਕ, ਉਹਦੇ ਵਿੱਚ ਜਦੋਂ ਨਾਇਕ ਤੇ ਪ੍ਰਤੀ ਨਾਇਕ ਨੂੰ ਪੇਸ਼ ਕਰਦੇ ਆ, ਤੇ ਉਹਦੇ ਵਿੱਚ ਜਾਂ ਆਪਾਂ ਡਾਕਟਰ ਹਰਚਰਨ ਸਿੰਘ ਹੋਰਾਂ ਤੇ ਵੀ ਦੋਸ਼ ਹੁੰਦਾ ਕਿ ਬਹੁਤ ਸਾਰੇ ਕ੍ਰਿਟਿਕ ਕਹਿੰਦੇ ਕਿ ਬੜੇ ਨਾਟਕ ਉਹਨਾਂ ਦੇ ਪੇਤਲੇ ਆ, ਜਾਂ ਕਹਿ ਰਹੇ ਆ, ਜਾਂ ਲਕੀਰੀ ਨਾਟਕ ਹੈ ਉਹਨਾਂ ਦੇ। ਪਰ ਮੈਨੂੰ ਇਹ ਚਮਕੌਰ ਦੀ ਗੜੀ ਵਾਲੇ ਤਿੰਨੋਂ ਨਾਟਕ ਪੜ੍ਹ ਕੇ ਤੁਸੀਂ ਦੇਖੋ ਕਿ ਕਿਵੇਂ ਉਹ ਜਿਹੜੇ ਤਿੰਨੋਂ ਪਾਤਰ, ਵਜ਼ੀਰ ਖਾਂ ਤੇ ਜਿਹੜਾ ਦੂਸਰਾ ਪਾਤਰ ਹੈ, ਉਹਨਾਂ ਜਾਂ ਜਿਹੜਾ ਹੈਗਾ, ਹਾਂ ਉਹਨਾਂ ਤਿੰਨਾਂ, ਜਿਹੜਾ ਕਾਜ਼ੀ ਵਾਲਾ ਪਾਤਰ ਹੈ, ਉਹਦੇ ਉਸ ਜਿਹੜਾ ਔਰੰਗਜ਼ੇਬ ਦਾ ਪਾਤਰ ਹੈ, ਜਦੋਂ ਉਹਨਾਂ ਤਿੰਨਾਂ ਪਾਤਰਾਂ ਦੀ ਜਿਹੜੀ ਮਾਨਸਿਕ ਬਣਤਰ ਹੈ ਉਸ ਵੇਲੇ ਦੀ, ਉਹਨਾਂ ਤਿੰਨਾਂ ਨਾਟਕਾਂ ਦੇ ਜਿਹੜੇ ਤਿੰਨੇ ਪਾਤਰ ਹੈ ਉਹਦੇ ਨਾਟਕਾਂ ਦੇ ਤਿੰਨਾਂ ਦੇ, ਉਹਨਾਂ ਦਾ ਜਿਹੜੀ ਮਨ ਦੀ ਹਾਲਤ ਹੈ ਉਸ ਵੇਲੇ, ਕਿ ਕਿਵੇਂ ਉਹ ਕਿਵੇਂ ਫੀਲ ਕਰ ਰਿਹਾ ਉਸ ਵੇਲੇ ਦੀਆਂ ਘਟਨਾਵਾਂ ਨੂੰ, ਪ੍ਰਤੀ ਨਾਇਕ ਕਿਵੇਂ ਫੀਲ ਕਰ ਰਿਹਾ, ਔਰ ਉਹਦੇ ਵਿੱਚੋਂ ਤੁਸੀਂ ਨਾਇਕ ਦਾ ਬਿੰਬ ਕਿਵੇਂ ਉਗਾੜਨਾ। ਨਾਇਕ ਤੁਹਾਡੇ ਸਾਹਮਣੇ ਨਹੀਂ ਹੈ, ਨਾਇਕ ਮੰਚ ਤੇ ਨਹੀਂ ਹੈ, ਨਾਇਕ ਦਾ ਨੂੰ ਬਿਨਾਂ ਦਿਖਾਇਆ ਪ੍ਰਤੀ ਨਾਇਕ ਦੇ ਡਰ ਦੇ ਵਿੱਚ, ਜਿਹੜੀ ਉਹਦੇ ਅੰਦਰ ਦਾ ਕੰਬਾ, ਜਿਹੜਾ ਉਸ ਪ੍ਰਤੀ ਨਾਇਕ ਦੇ ਕਾਂਬੇ ਵਿੱਚੋਂ ਨਾਇਕ ਦਾ ਕਿੱਡਾ ਵੱਡਾ ਬਿੰਬ ਉਸਾਰਦੇ ਆ। ਇਹ ਮੈਨੂੰ ਲੱਗਦਾ ਕਿ ਇਹ ਇਸ ਨਾਟਕ ਦੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਜਿਵੇਂ ਡਾਕਟਰ ਹਰਚਰਨ ਸਿੰਘ, ਡਾਕਟਰ ਸਤੀਸ਼ ਹੁਣੇ ਦੱਸਿਆ ਹੀ ਸਾਨੂੰ ਸਾਰਿਆਂ ਨੂੰ ਕਿ 1966 ਵਿੱਚ ਜਦੋਂ ਇੱਥੇ ਆਉਂਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਔਰ 64 ਵਿੱਚ ਮੇਰੇ ਖਿਆਲ ਹਰਪਾਲ ਟਿਵਾਣਾ ਹੋਣੀ ਫਸਟ ਬੈਚ ਵਿੱਚੋਂ ਨੈਸ਼ਨਲ ਸਕੂਲ ਆਫ ਡਰਾਮਾ ਵਿੱਚੋਂ ਨਿਕਲ ਕੇ ਆਉਂਦੇ ਆ। ਔਰ ਜਦੋਂ ਉਸ ਵੇਲੇ, ਜਾਂ ਅੱਜ ਤੱਕ ਵੀ ਮੈਂ ਸਮਝਦਾ ਕਿ ਜਿਹੜੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਟ੍ਰੇਨਿੰਗ ਆਉਂਦੇ ਆ, ਉਹਨਾਂ ਦੇ ਕੋਲ, ਕਿਉਂਕਿ ਉਹਨੇ ਆਪਣੀਆਂ ਸਟੇਟਸ ਵਿੱਚ ਜਾ ਕੇ ਪਲੇ ਕਰਨੇ ਹੁੰਦੇ ਆ, ਮੈਨੂੰ ਇਹ ਲੱਗਦਾ ਕਿ ਉਹ ਬੰਦੇ ਸਾਰੇ ਜਿਹੜੀਆਂ ਉਹਨਾਂ ਨੇ ਆਪਣੇ ਸੀਰੀਅਸ ਦੀਆਂ ਪ੍ਰੋਡਕਸ਼ਨਸ ਉੱਥੇ ਦੇਖੀਆਂ ਹੁੰਦੀਆਂ, ਜਾਂ ਜਿਹਨਾਂ ਵਿੱਚ ਉਹਨੇ ਪਾਰਟ ਕੀਤਾ ਹੁੰਦਾ, ਉਹ ਪ੍ਰੋਡਕਸ਼ਨਸ ਨੂੰ ਆ ਕੇ ਆਪਣੀਆਂ ਸਟੇਟਸ ਵਿੱਚ ਦੁਹਰਾਉਂਦੇ ਆ, ਕਿ ਉਹਨਾਂ ਦੀ ਪੈਂਠ ਬਣ ਜਾਏ ਇੱਕ ਵੱਡੇ ਡਾਇਰੈਕਟਰ ਵਜੋਂ, ਜਾਂ ਇੱਕ ਵੱਡੇ ਰੰਗਮੰਚ ਕਰਮੀ ਵਜੋਂ ਆਪਣੀ ਪੈਂਠ ਬਣਾਉਣ ਲਈ ਉਹਨਾਂ ਨੂੰ ਉਹ ਕਰਨੀਆਂ ਪੈਂਦੀਆਂ, ਜਿਹਦੇ ਵਿੱਚ ਸਾਡੇ ਹਰਪਾਲ ਨੇ ਵੀ ਕੀਤੀਆਂ, ਟਵਾਣਾ ਸਾਹਿਬ ਨੇ ਵੀ, ਔਰ ਕੇਵਲ ਧਾਲੀਵਾਲ ਨੇ ਵੀ ਇਹੀ ਕੁਛ ਕੀਤਾ ਸ਼ੁਰੂ ਵਿੱਚ ਆ ਕੇ, ਬਾਅਦ ਵਿੱਚ ਪੈਂਠ ਬਣਦੀ ਫਿਰ ਬੰਦਾ ਅੱਗੇ ਪਹੁੰਚਦਾ। ਪਰ ਹਰਪਾਲ ਟਿਵਾਣਾ ਤੇ ਜਿਹੜਾ ਡਾਕਟਰ ਹਰਚਰਨ ਸਿੰਘ ਹੈ, ਇਹ ਦੋਨਾਂ ਦਾ ਇੱਕ ਦੂਜੇ ਲਈ ਹੋਣਾ ਮੈਨੂੰ ਲੱਗਦਾ ਕਿ ਬਹੁਤ ਮਹਿਨਾ ਖੇਜ਼ ਹੈ, ਕਿਉਂਕਿ ਉਹਨਾਂ ਦਿਨਾਂ ਵਿੱਚ 1966 ਜਿਹੜੇ ਹੈਗੇ ਆ, ਉਹਨਾਂ ਦਿਨਾਂ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਡਾਕਟਰ ਹਰਚਰਨ ਸਿੰਘ ਦਿੱਲੀ ਤੋਂ ਆਉਂਦੇ ਆ, ਉੱਥੇ ਗਿਆਨੀ ਦੀ ਅਕੈਡਮੀ ਚਲਾ ਰਹੇ ਸੀ ਸ਼ਾਇਦ, ਹਾਂਜੀ, ਉੱਥੋਂ ਆਉਂਦੇ ਇੱਥੇ, ਤੇ ਇੱਥੇ ਆ ਕੇ ਉਹਨਾਂ ਥੋੜੇ ਕੁਛ ਸਮੇਂ ਵਿੱਚ ਉਹਨਾਂ ਨੂੰ ਹਰਪਾਲ ਟਿਵਾਣਾ ਹੋਣੀ ਮਿਲ ਜਾਂਦੇ ਆ। ਔਰ ਜਿਹੜਾ ਉਹਨਾਂ ਦਾ ਪੰਜਾਬ ਆਰਟਸ ਗਰੁੱਪ ਹੈ, ਜਿਹੜਾ ਉਹਨਾਂ ਨੇ ਪਹਿਲੀ ਵਾਰੀ ਪੰਜਾਬੀ ਵਿੱਚ ਇੱਕ ਥੀਏਟਰ ਗਰੁੱਪ ਬਣਾਇਆ, ਉਹ ਉਹਨਾਂ ਨੂੰ ਸੌਂਪ ਦਿੰਦੇ ਆ। ਔਰ ਉਹਨਾਂ ਦਾ ਵਿਜ਼ਨ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਆਪ ਉਸ ਤਰ੍ਹਾਂ ਦਾ ਥੀਏਟਰ ਸ਼ਾਇਦ ਨਹੀਂ ਕਰ ਸਕਦਾ ਜਿਹੜਾ ਹਰਪਾਲ ਟਿਵਾਣਾ ਕਰ ਸਕਦਾ, ਔਰ ਹਰਪਾਲ ਟਿਵਾਣਾ ਨੂੰ ਵੀ ਜਿਹੜਾ ਹੈਗਾ ਇੱਕ ਚੰਗੇ ਨਾਟਕਕਾਰ ਦੀ ਲੋੜ ਹੈ ਅਸਲੇ ਪੰਜਾਬੀ ਵਿੱਚ, ਤੇ ਉਹ ਇਸ ਜੁਗਲਬੰਦੀ ਵਿੱਚੋਂ ਪੰਜਾਬੀ ਥੀਏਟਰ ਦੀ ਜਿਹੜੀ ਨੀਂਹ ਬਣਦੀ ਹੈ, ਜਿਹੜੀ ਪੰਜਾਬੀ ਥੀਏਟਰ ਦੀ ਬੁਨਿਆਦ ਖੜੀ ਹੁੰਦੀ ਆ, ਉਹ ਬੜੀ ਕਮਾਲ ਦੀ ਹੈ। ਕਿਉਂਕਿ ਜਦੋਂ ਇਹ ਜਿਹੜਾ ਪਹਿਲਾ ਪਲੇ, ਜਦੋਂ ਚਮਕੌਰ ਦੀ ਗੜੀ ਵਗੈਰਾ ਜਦੋਂ ਕਹਿੰਦੇ ਮੈਂ ਸੁਣਾਇਆ ਉਹਨਾਂ ਨੂੰ, ਉਹ ਵੀ ਇੱਕ ਇੰਟਰਵਿਊ 'ਚ ਮੈਂ ਪੜ੍ਹਿਆ ਕਿ ਉਹ ਕਹਿੰਦੇ ਜਦੋਂ ਮੈਂ ਹਰਪਾਲ ਟਿਵਾਣਾ ਨੂੰ ਸੁਣਾਇਆ ਤੇ ਉਹ ਬੜੇ ਖੁਸ਼ ਹੋਏ, ਕਹਿੰਦੇ ਮੈਨੂੰ ਇੱਦਾਂ ਦੀ ਇੱਕ ਕਿਸੇ ਸਕ੍ਰਿਪਟ ਦੀ ਲੋੜ ਸੀ, ਮੈਂ ਕਹਿੰਦੇ ਤਲਾਸ਼ ਸੀ ਇੱਦਾਂ ਦੀ ਇੱਕ ਸਕ੍ਰਿਪਟ ਦੀ ਕਿ ਮੈਨੂੰ ਮਿਲੇ ਤਾਂ ਮੈਂ ਪਲੇ ਕਰਾਂ। ਔਰ ਉਸ ਪਲੇ ਨੂੰ ਜਦੋਂ ਕੀਤਾ ਗਿਆ ਤੇ ਉਹਦੇ ਵਾਸਤੇ ਕਹਿੰਦੇ ਪਹਿਲੇ ਜਿਹੜਾ ਉਹਦਾ ਸ਼ੋਅ ਹੈ ਸ਼ਾਇਦ ST ਕਾਲਜ ਬਰਨਾਲੇ ਹੋਇਆ ਉਹ, ਜਿਹਦੇ ਵਿੱਚ ਉਹ ਕਹਿ ਰਹੇ ਕਿ ਪਹਿਲੇ ਸ਼ੋਅ ਵਿੱਚ 3000 ਦੀ ਆਡੀਅੰਸ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਪਲੇ ਨੂੰ ਲੈ ਕੇ ਪੂਰੇ ਭਾਰਤ ਭਰ ਵਿੱਚ ਘੁੰਮੇ ਆ, ਪੂਰੀ ਦੁਨੀਆ 'ਚ ਘੁੰਮੇ ਆ, ਔਰ ਕਈ ਸਾਲ ਉਹ ਕੈਨੇਡਾ 'ਚ ਰਹੇ ਆ। ਉਹਦੇ ਪਿੱਛੇ ਬਹੁਤ ਕੁਛ ਘਟਨਾਵਾਂ ਵਾਪਰੀਆਂ ਜਿਹੜੀਆਂ ਦਾ ਮੈਨੂੰ ਪਤਾ ਹੈ, ਪਰ ਉਹ ਜ਼ਿਕਰ ਨਹੀਂ ਬਣਦਾ, ਕਰਨਾ ਚਾਹੀਦਾ ਵੀ ਨਹੀਂ, ਕਿਉਂਕਿ ਉੱਥੇ ਜਾ ਕੇ ਕੈਨੇਡਾ ਵਿੱਚ ਉਹਨਾਂ ਦਾ ਕੀ ਵਾਪਰਿਆ, ਉਹਨਾਂ ਨਾਲ ਕੀ ਭਾਣੇ ਵਰਤਿਆ, ਉਹ ਗੱਲਾਂ ਕਿਸੇ ਹੋਰ ਮੰਚ ਤੇ ਕਰਨ ਵਾਲੀਆਂ। ਪਰ ਜਦੋਂ ਫਿਰ
ਹਿੰਦੀ ਚਾਦਰ ਲਿਖਦੇ ਜਾਓ। ਹੁਣ ਹਿੰਦੀ ਚਾਦਰ ਡਾਕਟਰ ਸਾਹਿਬ ਦਾ ਮੈਨੂੰ ਲੱਗਦਾ ਕਿ ਸ਼ਤਾਬਦੀ ਨਾਟਕ ਸਾਰਿਆਂ ਦੇ ਵਿੱਚ ਹੀ, ਸਾਰੇ ਨਾਟਕਕਾਰਾਂ ਦੇ ਸ਼ਤਾਬਦੀ ਨਾਟਕ ਇਕੱਠੇ ਕਰ ਲਈਏ ਤੇ ਮੈਨੂੰ ਲੱਗਦਾ ਕਿ ਹਿੰਦੀ ਚਾਦਰ ਵਰਗਾ ਮਾਸਟਰਪੀਸ ਸਾਡੇ ਕਿਸੇ ਨਾਟਕਕਾਰ ਤੋਂ ਨਹੀਂ ਰਚਿਆ ਗਿਆ। ਮੈਂ ਉਹਨੂੰ ਮਾਸਟਰਪੀਸ ਮੰਨਦਾ। ਡਾਕਟਰ ਹਰਚਰਨ ਸਿੰਘ ਦੇ ਸਾਰੇ ਨਾਟਕਾਂ ਵਿੱਚ ਕੱਲ੍ਹ ਅੱਜ ਦੇ ਪਲਕ ਤੇ ਹੈ ਹੀ, ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਪਰ ਧਾਰਮਿਕ ਨਾਟਕਾਂ ਦੀ ਜਿਹੜੀ ਸੂਚੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਕਿ ਹਿੰਦੀ ਚਾਦਰ ਵਰਗਾ ਨਾਟਕ ਸਾਡੇ ਕੋਲ ਕਿਸੇ ਨੇ ਅਜੇ ਹੋਰ ਲਿਖਣਾ ਹੈ ਕਿ ਤੁਸੀਂ ਉਸ ਨਾਟਕ ਨੂੰ ਪੜ੍ਹੋ। ਖੇਡਿਆ ਜਿਹਨੇ ਸਟੇਜ ਤੇ ਵੇਖਿਆ, ਮੈਂ ਤਾਂ ਸਟੇਜ ਤੇ ਵੀ ਖੈਰ ਵੇਖਿਆ ਉਹ ਨਾਟਕ, ਪਰ ਜਦੋਂ ਤੁਸੀਂ ਉਸ ਨਾਟਕ ਨੂੰ ਪੜ੍ਹਦੇ ਹੋ ਨਾ, ਉਸ ਨਾਟਕ ਦੇ ਵਾਰਤਾਲਾਪ ਇੰਨੇ ਚੁਸਤ ਹੈ, ਛੋਟੇ ਛੋਟੇ ਜਿਹੜੇ ਡਾਇਲੌਗਸ ਹੈਗੇ ਉਹਦੇ ਵਿੱਚ, ਔਰ ਉਹ ਜਦੋਂ ਡਾਇਲੌਗਸ ਤੁਸੀਂ ਪੜ੍ਹਦੇ ਹੋ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਨਾਟਕ ਸਾਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਜੇ ਉਸ ਨਾਟਕ ਨੂੰ ਇਬਰਾਹਿਮ ਅਲਕਾਜ਼ੀ ਜਿਹੜੇ ਆ ਡਿਜ਼ਾਈਨ ਕਰਦੇ ਆ, ਉਸ ਨਾਲ ਇਹ ਬਹੁਤ ਵੱਡੀ ਗੱਲ ਸੀ ਕਿ ਅਲਕਾਜ਼ੀ ਸਾਹਿਬ ਖੁਦ ਆ ਕੇ ਉਸ ਨਾਟਕ ਨੂੰ ਡਿਜ਼ਾਈਨ ਕਰਦੇ ਆ। ਅਲਕਾਜ਼ੀ ਸਾਹਿਬ ਤੇ ਕਿਸੇ ਚੰਗੇ ਛੋਟੀ ਮੋਟੀ ਸਕ੍ਰਿਪਟ ਨੂੰ ਹੱਥ ਹੀ ਨਹੀਂ ਸੀ ਪਾਉਂਦੇ। ਅਲਕਾਜ਼ੀ ਸਾਹਿਬ ਦਾ ਉਸ ਨਾਟਕ ਦੀ ਸਕ੍ਰਿਪਟ ਨੂੰ ਹੱਥ ਪਾਉਣਾ ਹੀ ਉਸ ਨਾਟਕ ਦੀ ਜਿਹੜਾ ਬੜੱਪਣ ਹੋ ਜਾਂਦਾ ਹੈ ਕਿ ਜਦੋਂ ਉਹਦਾ ਉਹ ਨਾਟਕ ਖੇਡਿਆ ਜਾਂਦਾ ਹੈ ਔਰ ਉਸ ਨਾਟਕ ਦੇ ਜਦੋਂ ਸ਼ੋਅ ਹੁੰਦੇ ਆ ਲਗਾਤਾਰ ਕਦੇ 5 ਮਹੀਨੇ ਉਹਦੇ ਸ਼ੋਅ ਹੋਏ ਆ ਲਗਾਤਾਰ, ਕਿਸੇ ਨਾਟਕ ਦੇ ਡੇਲੀ 5 ਮਹੀਨੇ ਲਗਾਤਾਰ ਸ਼ੋਅ ਹੋਣੇ, ਉਹ ਕਿੱਡੀ ਕੁ ਵੱਡੀ ਪ੍ਰੋਡਕਸ਼ਨ ਹੋਏਗੀ ਔਰ ਕਿੰਨੇ ਲੋਕਾਂ ਦੇ ਉਹ ਨੇੜੇ ਹੋਏਗਾ ਪਲੇ, ਕਿਵੇਂ ਲੋਕਾਂ ਦੇ ਦਿਲ ਦੇ ਨੇੜੇ ਹੋਏਗਾ। ਇਹ ਹਰਪਾਲ ਟਿਵਾਣਾ ਵੀ ਜਾਣਦੇ ਸੀ, ਇਬਰਾਹਿਮ ਅਲਕਾਜ਼ੀ ਵੀ ਜਾਣਦੇ ਸੀ, ਡਾਕਟਰ ਹਰਚਰਨ ਸਿੰਘ ਵੀ ਜਾਣਦੇ ਸੀ ਕਿ ਜਦੋਂ ਉਹਨੇ ਨਾਟਕ ਲਿਖਿਆ ਕਿ ਲੋਕਾਂ ਦੇ ਦਿਲਾਂ ਦੇ ਨੇੜੇ ਲੋਕਾਂ ਨੂੰ ਕੀ ਚਾਹੀਦਾ ਹੈ, ਕਿ ਲੋਕਾਂ ਨੂੰ ਨਾਟਕ, ਅਸੀਂ ਕਹਿੰਦੇ ਹਾਂ ਕਿ ਨਾਟਕ ਮਨੋਰੰਜਨ ਦਾ ਸਾਧਨ ਹੈ। ਹਰਚਰਨ ਸਿੰਘ ਇਹਦੇ ਨਾਲ ਵੀ ਡਿਫਰ ਕਰਦੇ ਆ, ਉਹ ਕਹਿੰਦੇ ਨਾਟਕ ਕੇਵਲ ਤੇ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੈ। ਬਹੁਤ ਸਾਰੀਆਂ ਇੰਟਰਵਿਊਜ਼ ਨੇ ਛਪੀਆਂ ਹੋਈਆਂ ਜਿਹਦੇ 'ਚੋਂ ਕਹਿੰਦੇ ਕਿ ਨਾਟਕ ਨੂੰ ਜਦੋਂ ਅਸੀਂ ਮਨੋਰੰਜਨ ਦਾ ਸਾਧਨ ਮੰਨ ਲੈਂਦੇ ਹਾਂ ਤੇ ਉਦੋਂ ਅਸੀਂ ਜਿਹੜਾ ਆ ਇਸ ਕਲਾ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਉਹ ਅਸੀਂ ਕੋਈ ਧੋਖਾ ਕਰ ਰਹੇ ਹੁੰਦੇ ਹਾਂ। ਸੋ ਇਹ ਉਸ ਤੋਂ ਬਾਅਦ ਜਿਹੜੇ ਮੈਂ ਦੂਜੇ ਉਹਨਾਂ ਦੇ ਸ਼ਤਾਬਦੀ ਨਾਟਕ ਵੇਖਦਾ, ਜਿਹਦੇ ਵਿੱਚ ਬਾਬਾ ਫਰੀਦ ਦੇ ਬਾਰੇ ਉਹਨਾਂ ਦਾ ਨਾਟਕ ਹੈ, ਉਹ ਜਾਂ ਜਿਹੜਾ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਿਹੜਾ ਨਾਟਕ ਹੈਗਾ ਸ਼ੇਰੇ ਪੰਜਾਬ, ਉਹਨਾਂ ਵਿੱਚ ਕੋਈ ਮੈਨੂੰ ਬਹੁਤੀ ਮੁਸ਼ਕਿਲ ਨਹੀਂ ਜਾਪਦੀ ਉਹਨਾਂ ਵਿੱਚ, ਕਿਉਂਕਿ ਜਿਹੜਾ ਬਾਬਾ ਫਰੀਦ ਦੇ ਬਾਰੇ ਨਾਟਕ ਹੈ ਉਹ 'ਚ ਬਾਬਾ ਫਰੀਦ ਤੁਸੀਂ ਸਟੇਜ ਤੇ ਲਿਆ ਸਕਦੇ ਹੋ, ਇੱਕ ਨਾਇਕ ਤੁਹਾਡੇ ਮੰਚ ਤੇ ਆ, ਉਹਨੂੰ ਤੁਸੀਂ ਉਹਨੂੰ ਡਿਸਕ੍ਰਾਈਬ ਕਰਨਾ, ਉਹਨੂੰ ਦਿਖਾਉਣਾ, ਉਹ ਲਿਖਣਾ ਨਾਟਕ ਸੌਖਾ ਹੁੰਦਾ ਹੈ ਕਿਉਂਕਿ ਤੁਹਾਡੇ ਸਾਹਮਣੇ ਸਾਰੀਆਂ ਘਟਨਾਵਾਂ ਪਈਆਂ। ਔਰ ਪਰ ਡਾਕਟਰ ਹਰਚਰਨ ਸਿੰਘ ਉਹਦੇ ਵਿੱਚ ਵੀ ਜਿਹੜਾ ਹੈਗੇ ਆ ਆਪਣੀ ਕਲਾ ਦੇ ਗੁਣ ਦਿਖਾਉਂਦੇ ਕਿ ਉਸ ਕਿਉਂਕਿ ਜਦੋਂ ਸ਼ਾਇਦ 76 ਵਿੱਚ ਉਹ ਨਾਟਕ 77 'ਚ ਆਉਂਦਾ ਹੈ, ਜਦੋਂ ਪੰਜਾਬੀ ਸੂਬੇ ਤੋਂ ਬਾਅਦਾਂ ਜਿਹੜੀਆਂ ਘਟਨਾਵਾਂ ਪੰਜਾਬ 'ਚ ਵਾਪਰਦੀਆਂ, ਪੰਜਾਬੀ ਸੂਬੇ ਦੀ ਮੋਰਚੇ ਦੇ ਦੌਰਾਨ ਕਿ ਜਿਹੜਾ ਹਿੰਦੂ ਸਿੱਖਾਂ ਦੇ ਵਿਚਕਾਰ ਪਾੜਾ ਪੈਂਦਾ, ਉਸ ਨਾਟਕ ਦੇ ਰਾਹੀਂ ਬਾਬਾ ਫਰੀਦ ਦੇ ਸ਼ਲੋਕਾਂ ਦੇ ਰਾਹੀਂ ਜਿਹੜੇ ਡਾਕਟਰ ਹਰਚਰਨ ਸਿੰਘ ਹੈ ਉਸ ਨਾਟਕ ਨੂੰ ਵੀ ਲੋਕਾਂ ਨਾਲ ਨਵੇਂ ਤਰੀਕੇ ਨਾਲ ਰੂਪਾਂਤਰਿਤ ਕਰਦੇ ਆ, ਬਾਬਾ ਫਰੀਦ ਦੇ ਜਿਹੜੇ ਹੈਗੇ ਆ ਸ਼ਲੋਕਾਂ ਨੂੰ ਵੀ, ਔਰ ਉਸ ਤਰ੍ਹਾਂ ਨਾਲ ਉਹਨੂੰ ਪੇਸ਼ ਕਰਦੇ ਆ। ਸੋ ਜਿਵੇਂ ਦੱਸ ਰਿਹਾ ਸੀ ਕਿ ਜਿਹੜਾ ਸਤੀਸ਼ ਹੁਣੀ ਦੱਸਦੇ ਗਏ ਆ ਕਿ ਜਿਵੇਂ ਜੁਗਲਬੰਦੀ ਇਹਨਾਂ ਦੀ ਸੀ, ਜਾਂ ਆਪਾਂ ਕਹਿੰਦੇ ਕਿ ਸੁਰਜੀਤ ਪਾਤਰ ਤੇ ਨੀਲਮ ਮਾਨ ਸਿੰਘ ਦੀ ਸੀ, ਜਾਂ ਹੁਣ ਅੱਜ ਕਹੀਏ ਕੇਵਲ ਧਾਲੀਵਾਲ ਤੇ ਸਵਰਾਜਵੀਰ ਦੀ ਜੁਗਲਬੰਦੀ ਹੈ, ਕਿ ਨਾਟਕ ਕਲਾ ਹੀ ਇੱਦਾਂ ਦੀ ਹੈ ਕਿ ਇਹਦੇ ਵਿੱਚ ਜਦੋਂ ਦੋ ਸਿਰ ਇੱਦਾਂ ਦੇ ਜੁੜਦੇ, ਜਦੋਂ ਇੱਕ ਪ੍ਰੋਫੈਸ਼ਨਲ ਥੀਏਟਰ ਵਾਲਾ ਬੰਦਾ ਤੇ ਇੱਕ ਪ੍ਰੋਫੈਸ਼ਨਲ ਨਾਟਕਕਾਰ ਜੁੜਨ, ਤਦ ਉਹ ਚੰਗੀ ਪ੍ਰੋਡਕਸ਼ਨ ਹੁੰਦੀ ਹੈ। ਪਰ ਉਦੋਂ ਜਦੋਂ 75 ਵਿੱਚ ਛੱਡ ਕੇ ਚਲੇ ਜਾਂਦੇ ਆ, ਡਾਕਟਰ ਸਾਹਿਬ ਰਿਟਾਇਰ ਹੋ ਜਾਂਦੇ ਆ, ਔਰ ਟਿਵਾਣੀ ਹੁਣੀ ਇੱਥੋਂ ਆਪਣਾ ਬੇਸ ਬਦਲ ਕੇ ਲੁਧਿਆਣੇ ਚਲੇ ਜਾਂਦੇ ਆ ਕਿਉਂਕਿ ਉਹਨਾਂ ਨੇ ਉਸ ਵੇਲੇ ਪ੍ਰੋਫੈਸ਼ਨਲ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਤੇ ਉਸ ਵੇਲੇ ਹਰਬਖਸ਼ ਲਾਟੇ ਹੋਰਾਂ ਨੂੰ ਬੁਲਾਇਆ ਜਾਂਦਾ, ਇੰਜੀਨੀਅਰਿੰਗ ਦੇ ਸਟੂਡੈਂਟ ਨੂੰ ਛੱਡ ਕੇ ਕਿਦੋਂ ਆ ਕੇ ਨਾਟਕ ਕਰ। ਔਰ ਮੈਂ ਦੇਖਦਾ ਕਿ ਜਿਹੜਾ ਹਰਚਰਨ ਸਿੰਘ ਹੋਰਾਂ ਦੇ ਸ਼ਤਾਬਦੀ ਨਾਟਕਾਂ ਦੇ ਵੀ ਦੋ ਰੂਪ, ਭਾਵੇਂ ਕਿ ਉਹਦਾ ਵਿਧਾ ਹੀ ਹੋਰ ਹੈ, ਅਸੀਂ ਉਹਨੂੰ ਕਹਿ ਹੀ ਨਹੀਂ ਸਕਦੇ ਕਿ ਉਹ ਰੰਗਮੰਚ ਦਾ, ਤੇ ਉਸਨੂੰ ਇੱਕ ਵਿਧਾ 'ਚ ਰੱਖ ਨਹੀਂ ਸਕਦੇ। ਪਰ ਹਰਪਾਲ ਟਿਵਾਣਾ ਤੋਂ ਬਾਅਦ ਜਦੋਂ ਹਰਬਖਸ਼ ਲਾਟੇ ਹੁਣੀ ਹਰਪਾਲ ਟਿਵਾਣਾ ਵਾਲੇ ਰੋਲ 'ਚ ਆਉਂਦੇ ਆ, ਉਸ ਵੇਲੇ
2001 ਤੋਂ ਹੀ ਮੇਰੇ ਨਹੀਂ 1999 ਤੋਂ ਆਉਂਦੇ 1999 ਵਿੱਚ ਆਉਂਦੇ ਹੋ ਤੁਸੀਂ ਬੋਲੇ ਸੋ ਨਿਹਾਲ ਦੇ ਨਾਲ। ਔਰ ਬੋਲੇ ਸੋ ਨਿਹਾਲ ਵੀ ਮੈਂ ਦੇਖਿਆ ਤੁਹਾਡਾ ਸ਼ੋਅ, ਔਰ 2001 ਵਾਲਾ ਮਹਾਰਾਜਾ ਰਣਜੀਤ ਸਿੰਘ ਸ਼ੋਅ ਮੈਂ ਨਹੀਂ ਦੇਖਿਆ। ਪਰ ਉਹਦੇ ਵਿੱਚ ਫਿਰ ਆ ਕੇ ਡਾਕਟਰ ਹਰਚਰਨ ਸਿੰਘ ਦੀ ਇਹ ਕਮਾਲ ਹੈ ਕਿ ਇੱਥੇ ਆ ਕੇ ਉਹ ਜਿਹੜੇ ਹੈਗੇ ਆ ਉਹ ਆਪਣਾ ਰੂਲ ਬਦਲ ਲੈਂਦੇ ਆ। ਮੈਨੂੰ ਰੂਲ ਰਿਵਰਸਲ ਲੱਗਦਾ ਹੈ ਕਿ ਜਦੋਂ ਹਰਪਾਲ ਟਿਵਾਣਾ ਦੇ ਨਾਲ ਉਹ ਕੰਮ ਕਰ ਰਿਹਾ ਉਦੋਂ ਡਾਕਟਰ ਹਰਚਰਨ ਸਿੰਘ ਮੋਹਰੇ ਆ, ਹਰਪਾਲ ਟਿਵਾਣਾ ਪਿੱਛੇ ਹੈ। ਤਾਂ ਜਦੋਂ ਮਲਟੀਮੀਡੀਆ ਪ੍ਰੋਡਕਸ਼ਨਸ ਹੁੰਦੀਆਂ ਉਦੋਂ ਪੁੱਤਰ ਮੋਹ ਹੈ ਜਾਂ ਨਵੀਂ ਕਲਾ ਦੇ ਨਾਲ ਜੁੜਦਾ, ਉਸ ਵੇਲੇ ਹਰਬਖਸ਼ ਲਾਟਾ ਅੱਗੇ ਹੋ ਜਾਂਦਾ, ਹਰਚਰਨ ਸਿੰਘ ਪਿੱਛੇ ਹੋ ਜਾਂਦੇ ਆ, ਕਿਉਂਕਿ ਮਲਟੀਮੀਡੀਆ ਸ਼ੋਅ ਲਿਖਣ ਦੇ ਵਿੱਚ ਤੇ ਨਾਟਕ ਲਿਖਣ ਵਿੱਚ ਬੜਾ ਫਰਕ ਹੈ। ਮਲਟੀਮੀਡੀਆ ਸ਼ੋਅ ਨੂੰ ਲਿਖਣਾ ਤੇ ਉਹਨੂੰ ਕਨਸੀਵ ਕਰਨ ਦੇ ਤਰੀਕੇ ਹੋਰ ਹੈ। ਉਹਦੇ ਵਿੱਚ ਡਾਇਰੈਕਟਰ ਦੀ ਭੂਮਿਕਾ ਬਹੁਤ ਵੱਡੀ ਹੈ ਮਲਟੀਮੀਡੀਆ ਦੇ ਵਿੱਚ, ਉਹਦੇ ਵਿੱਚ ਮਸ਼ੀਨ ਦੀ ਭੂਮਿਕਾ ਬਹੁਤ ਹੈ। ਤੇ ਉਹਦੀ ਜਿਹੜੀ ਸਕ੍ਰਿਪਟ ਹੈ, ਜਦੋਂ ਤੁਸੀਂ ਉਸ ਸਕ੍ਰਿਪਟ ਨੂੰ ਸਾਹਮਣੇ ਰੱਖ ਕੇ ਵੇਖਦੇ ਹੋ ਉਸ ਵੇਲੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਸਕ੍ਰਿਪਟ ਵਿੱਚ ਹੈ ਕੁਝ ਨਹੀਂ, ਪਰ ਜਦੋਂ ਡਾਇਰੈਕਟਰ ਨੂੰ ਡਾਇਰੈਕਟ ਕਰ ਲੈਂਦਾ ਫਿਰ ਉਹ ਜਿਹੜਾ ਉਹਦਾ ਕੁਛ ਹੋਰ ਬਣ ਜਾਂਦਾ। ਔਰ ਮਲਟੀਮੀਡੀਆ ਸ਼ੋਜ਼ ਦੇ ਵਿੱਚ ਕਿਉਂਕਿ ਮੈਂ ਆਪ ਭੁਗਤਿਆ ਇਹਨੂੰ, ਇਹਦੇ ਵਿੱਚ ਡਾਇਰੈਕਟਰ ਦਾ ਇਮਤਿਹਾਨ ਜ਼ਿਆਦਾ ਹੈ ਨਾਟਕਕਾਰ ਦੇ ਨਾਲ। ਮੈਂ ਭਾਈ ਵੀਰ ਆਪਣਾ ਭਗਤ ਸਿੰਘ ਦੇ ਉੱਤੇ ਮਲਟੀਮੀਡੀਆ ਸ਼ੋਅ ਕੀਤਾ ਦਿੱਲੀ 'ਚ, ਬਹੁਤ ਵੱਡਾ ਸ਼ੋਅ ਹੋਇਆ, 10 ਦਿਨ ਉਹ ਸ਼ੋਅ ਚੱਲਿਆ ਸੀ, ਉਹਦੇ ਵਿੱਚ 15,000 ਦੇ ਕਰੀਬ ਆਡੀਅੰਸ ਹੁੰਦੀ। ਔਰ ਉਹ ਉਸ ਵਿੱਚ ਮਨੋਜ ਕੁਮਾਰ ਤੋਂ ਲੈ ਕੇ ਓਮਪੁਰੀ ਤੋਂ ਲੈ ਕੇ ਬਹੁਤ ਸਾਰੀਆਂ ਵੌਇਸਿਸ ਸੀ। ਪਰ ਜਿਹੜੀ ਗੱਲ ਦੱਸਣ ਵਾਲੀ ਉਹ ਹੈਗੀ ਕਿ ਨਾਟਕ ਬਹੁਤ ਵਧੀਆ ਚੱਲਦਾ ਸੀ, ਰੋਜ਼ ਲੋਕ ਰੋ ਕੇ ਜਾਂਦੇ ਸੀ। ਆਖਰੀ ਸ਼ੋਅ ਜਿਸ ਦਿਨ ਹੋਇਆ ਉਸ ਦਿਨ ਤੋਂ, ਉਹ ਵੀ ਸ਼ਤਾਬਦੀ ਸੀ, ਭਗਤ ਸਿੰਘ ਦੀ ਸ਼ਤਾਬਦੀ ਸੀ, 2008 ਵਿੱਚ ਕੀਤਾ ਸੀ ਅਸੀਂ। ਜਦੋਂ ਸ਼ੋਅ ਲਾਸਟ ਖਤਮ ਹੋਇਆ ਤੇ ਮੈਂ ਆਪਣੇ ਪਿੰਡ ਆਉਣਾ ਸੀ, ਮੈਂ ਰਸਤੇ 'ਚ ਕਰਨਾਲ ਦੇ ਕੋਲ ਪਹੁੰਚਾ, ਰਾਤ ਦਾ 11 ਵਜੇ ਦਾ ਟਾਈਮ ਸੀ, ਤਾਂ ਮੈਨੂੰ ਕੋਈ ਫੋਨ ਆਉਂਦਾ ਬੰਦੇ ਦਾ, ਔਰ ਉਹ ਬੰਦਾ ਬਿਨਾਂ ਕੁਛ ਪੁੱਛਿਆ, ਬਿਨਾਂ ਨਾਂ ਦੱਸਿਆ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਫੋਨ ਦੇ ਉੱਤੇ। ਉਹ ਕਹਿੰਦਾ ਕਿ ਤੂੰ ਤਾਂ ਬੇੜਾ ਗਰਕ ਕਰ ਦਿੱਤਾ ਭਗਤ ਸਿੰਘ ਦਾ। ਔਰ ਮੈਂ ਉਹਨੂੰ ਪੁੱਛ ਰਿਹਾ ਕਿ ਕੀ ਗੱਲ ਹੈ, ਕਹਿੰਦਾ ਆਖਰ ਤੇ ਉਹ ਭਗਤ ਸਿੰਘ ਨੇ ਜਿਹੜਾ ਹੈ ਉਹ ਤੇ ਅੰਮ੍ਰਿਤ ਛਕ ਲਿਆ ਸੀ ਤੇ ਤੂੰ ਉਹਦੇ ਟੋਪੀ ਪਾਈ ਹੋਈ ਹੈ ਤੇ ਤੂੰ ਤਾਂ ਸਿੱਖੀ ਦਾ ਨੁਕਸਾਨ ਕੀਤਾ। ਹੁਣ ਮੈਂ ਉਸ ਬੰਦੇ ਨੂੰ ਨਹੀਂ ਸੀ ਦੱਸ ਸਕਦਾ ਕਿ ਜਦੋਂ ਮੈਨੂੰ ਭਗਤ ਸਿੰਘ ਦਾ ਸ਼ੋਅ ਕਰਨ ਲਈ ਸਰਕਾਰ ਨੇ ਕਿਹਾ ਸੀ, ਉਸ ਵੇਲੇ ਮੈਂ ਲਿਖ ਕੇ ਹੀ ਇਹ ਦਿੱਤਾ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਭਗਤ ਸਿੰਘ ਪੰਜਾਬ ਦਾ ਹੀਰੋ ਨਹੀਂ ਆ, ਭਗਤ ਸਿੰਘ ਨੈਸ਼ਨਲ ਹੀਰੋ ਹੈ। ਔਰ ਮੈਂ ਉਹਨੂੰ ਨੈਸ਼ਨਲ ਹੀਰੋ ਬਣਾ ਕੇ ਪੇਸ਼ ਕਰਨਾ ਚਾਹੁੰਦਾ ਸੀ, ਪਰ ਤੁਹਾਡੀ ਸੁਣਦਾ ਕੌਣ ਹੈ। ਇਵੇਂ ਮੈਂ ਇੱਕ ਦੂਜਾ ਸ਼ੋਅ ਕੂਕਾ ਮੂਵਮੈਂਟ ਤੇ ਕੀਤਾ, ਉਹ ਵੀ 150 ਸਾਲਾ ਕੂਕਾ ਮੂਵਮੈਂਟ ਦਾ ਸੀ। ਉਹਦੇ ਵਿੱਚ ਪਹਿਲਾ ਸ਼ੋਅ ਤੋਂ ਬਾਅਦ ਆਈ ਦੂਏ ਦਿਨ ਸਵੇਰੇ ਮੈਨੂੰ 12 ਵਜੇ ਹੰਸਪਾਲ ਹੋਰਾਂ ਦਾ ਫੋਨ ਆ ਗਿਆ ਕਿ ਸ਼ੋਅ ਅੱਜ ਨਹੀਂ ਹੋ ਸਕਦਾ ਕਿਉਂਕਿ ਭੈਣੀ ਸਾਹਿਬ ਦੀ ਸਾਰੀ ਮੈਨੇਜਮੈਂਟ ਨਾਰਾਜ਼ ਹੋ ਗਈ। ਕਿਉਂਕਿ ਜਦੋਂ ਉਹਨਾਂ ਨੂੰ ਤੋਪਾਂ ਦੇ ਗੋਲਿਆਂ ਨਾਲ ਉਡਾ ਦਿੰਦੇ ਆ ਨਾਮਧਾਰੀਆਂ ਨੂੰ, ਤੇ ਉਸ ਵੇਲੇ ਉਹਨਾਂ ਦੇ ਬੱਚਿਆਂ ਨੂੰ, ਉਹਦੀ ਵਾਈਫ ਨੂੰ ਜਾਂ ਉਹਦੇ ਬੱਚਿਆਂ ਨੂੰ ਮੈਂ ਰੋਂਦਿਆਂ ਦਾ ਥੋੜਾ ਜਿਹਾ 15 ਸੈਕਿੰਡ ਦਾ ਸੀਨ ਰੋਂਦੇ ਦਿਖਾਤੇ। ਔਰ ਉਹ ਜਿਹੜੇ ਸਤਿਗੁਰੂ ਜਗਜੀਤ ਸਿੰਘ ਉਹਨਾਂ ਦੇ ਜਵਾਈ ਸੀ ਜਗਤਾਰ ਸਿੰਘ ਹੁਰੀ, ਤੇ ਜਿਹੜੇ ਅੱਜ ਕੱਲ੍ਹ ਸਤਿਗੁਰੂ ਜੀ ਨੇ ਉਦੈ ਸਿੰਘ ਜੀ, ਇਹਨਾਂ ਦੋਨਾਂ ਨੇ ਫੋਨ ਕਰ ਦਿੱਤੇ ਕਿ ਨਾਮਧਾਰੀ ਕੋਈ ਵੀ ਨੁਕਸਾਨ ਹੋ ਜਾਏ ਰੋਂਦੇ ਨਹੀਂ ਹੁੰਦੇ। ਪਰ ਮੈਨੂੰ ਇਹ ਲੱਗਦਾ ਸੀ ਕਿ ਜਿਨ੍ਹਾਂ ਦੇ ਪਤੀ ਮਰ ਗਏ, ਜਿਨ੍ਹਾਂ ਦੇ ਮਾਂ ਪਿਓ ਚਲੇ ਗਏ ਜਾਂ ਜਿਨ੍ਹਾਂ ਦੇ ਭਰਾ ਚਲੇ ਗਏ, ਉਹ ਕਿਉਂ ਨਹੀਂ ਰੋਣਗੇ। ਪਰ ਇੱਦਾਂ ਦਾ ਤੇ ਜਿਹੜੇ ਆਪਾਂ ਸਿੱਖ ਜਿਹੜੇ ਹੈਗੇ ਆ ਜਾਂ ਨਾਮਧਾਰੀ ਵੀ ਸਿੱਖ ਹੀ ਹੈਗੇ ਆ, ਅਸੀਂ ਕੋਈ ਇੰਨੇ ਇਮੋਸ਼ਨਲੈਸ ਲੋਕ ਥੋੜ੍ਹੀ ਹੈਗੇ ਆ, ਸਾਡੇ ਕੋਲ ਇਮੋਸ਼ਨਸ ਤਾਂ ਹੋਣਗੇ। ਫਿਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਮੈਂ ਸਟੇਜ ਤੇ ਅਨਾਉਂਸ ਕਰ ਦਿੰਦਾ ਕਿ ਜਿਹੜੀ ਗਲਤੀਆਂ ਹੋਈਆਂ ਰਾਤੀ ਉਹ ਮੇਰੀਆਂ, ਜਾਂ ਚੰਗਾ ਤੁਹਾਡਾ ਹੈ ਤੇ ਫਿਰ ਕਿਤੇ ਕਰ ਲਓ, ਕੋਈ ਨਹੀਂ ਤਾਂ ਸ਼ੋਅ ਹੋਣ ਦੇ। ਫਿਰ ਸ਼ੋਅ ਹੋਇਆ। ਇਸ ਤਰ੍ਹਾਂ ਹੀ ਹੁਣੇ ਜਿਹੜੇ ਸ਼ਤਾਬਦੀਆਂ ਹੋਈਆਂ ਗੁਰੂ ਨਾਨਕ ਸਾਹਿਬ ਦੀ, ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ 350 ਸਾਲਾਂ ਵੀ, ਉਹਦੇ 'ਚ ਵੀ ਮੈਨੂੰ ਮਲਟੀਮੀਡੀਆ ਸ਼ੋਅ ਲਿਖਣ ਦਾ ਮੌਕਾ ਮਿਲਿਆ। ਉਹਦੇ ਵਿੱਚ ਵੀ ਮੈਂ ਦੇਖਿਆ ਕਿ ਇੱਕ ਕਿਉਂਕਿ ਉਸ ਕਮੇਟੀ ਬਣੀ ਸੀ ਉਸ ਸਕ੍ਰਿਪਟ ਨੂੰ ਅਪਰੂਵ ਕਰਨ ਲਈ। ਹੁਣ ਸਾਡੇ ਧਰਮ ਵਾਲੇ ਬੰਦੇ, ਡਾਕਟਰ ਸਾਹਿਬ ਸੌਰੀ ਮਾਫ ਕਰਨਾ, ਸਕ੍ਰਿਪਟ ਜਿਹੜੀ ਆ ਉਹ ਵੇਖ ਰਹੇ ਆ, ਹਰ ਤੀਏ ਦਿਨ ਸਕ੍ਰਿਪਟ ਤੇ ਮੀਟਿੰਗ ਹੁੰਦੀ ਹੈ, ਔਰ ਹਰ ਤੀਏ ਦਿਨ ਮੈਨੂੰ ਨਵੀਂ ਗੱਲ ਦੱਸ ਦਿੰਦੇ ਕਿ ਅੱਜ ਆਹ ਐਂਟਰ ਕਰਾ ਦੇ, ਅੱਜ ਉਹ। ਮੈਨੂੰ ਲੱਗਦਾ ਸੀ ਕਿ ਮੇਰਾ ਰਹਿਣਾ ਹੀ ਕੁਛ ਨਹੀਂ, ਇਹ 'ਚ ਸਾਰਾ ਕੁਛ ਇਹਨਾਂ ਦਾ ਹੋਣਾ। ਔਰ ਮੈਂ 'ਚ ਕਨਸੈਪਟ ਸੀ 5-5 ਦਾ, ਕਿ ਗੁਰੂ ਗੋਬਿੰਦ ਸਿੰਘ ਤੇ ਸੀਗਾ ਇਹ 5 ਪਿਆਰੇ ਆ, 5 ਨਦੀਆਂ ਲੈ ਲਈਆਂ, 5-5 ਦਾ ਕਨਸੈਪਟ ਸੀਗਾ। ਇਸ ਤਰ੍ਹਾਂ ਕੀਤਾ ਸੀ। ਇੱਕ ਜਥੇਦਾਰ ਜੀ ਉੱਠ ਕੇ ਗੱਲ ਪੈ ਗਿਆ ਕਿ 'ਚ 5 ਖੰਡ ਵੀ ਪਾ ਹੁਣ।
ਉਹਨੂੰ ਮੈਂ ਕੀ ਸਮਝਾਵਾਂ ਕਿ ਪੰਜ ਖੰਡ ਤੇ ਭਾਈ ਜਪਜੀ ਸਾਹਿਬ ਦੇ ਆ, ਗੁਰੂ ਗੋਬਿੰਦ ਸਿੰਘ ਨਾਲ ਦੀ ਸਾਂਝ ਕੋਈ ਨਹੀਂ ਬਣਦੀ ਮੇਰੀ। ਪਰ ਉਹ ਇਨਸਿਸਟ ਕਰ ਰਿਹਾ ਸੀ। ਜਿਹੜਾ ਤਾਲਬਾਨੀ ਕਰਨ ਹੈ ਉਹ ਸ਼ਤਾਬਦੀ ਨਾਟਕ ਕਰਨ ਵਾਲੇ ਨੂੰ ਵੀ ਤੇ ਲਿਖਣ ਵਾਲੇ ਨੂੰ ਦੁਖੀ ਬਹੁਤ ਕਰਦਾ। ਉਸ ਪਿੱਛੇ ਇੱਕ ਸ਼ੋ ਇਹ ਨਹੀਂ ਕੀਤਾ ਦਿੱਲੀ, ਹਰਬਖਸ਼ ਹੋਣੀ ਜਾ ਕੇ ਲਾਟੇ ਹੋਣੀ, ਗੁਰੂ ਤੇਗ ਬਹਾਦਰ ਜੀ ਦਾ ਹੀ ਸੀਗਾ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ। ਹੁਣ ਉਹਦੇ ਵਿੱਚ ਜੋ ਭੁਗਤਿਆ ਆਪਾਂ ਦੋਨੇ ਹੀ ਮਹਿਸੂਸ ਕਰ ਸਕਦੇ ਹਾਂ, ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਕਿ ਉਹਨਾਂ ਨੂੰ ਸ਼ੋਅ ਜਿਹੜਾ ਤਿਆਰ ਹੈ, ਜਿਹੜਾ ਗੁਰੂ ਨਾਨਕ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਆ ਉਹੀ ਪੁਰਾਣਾ ਨਾਟਕ, ਉਹਦੇ ਵਿੱਚ ਇਹਨਾਂ ਨੇ ਕੁਛ ਚੇਂਜਸ ਕਰਕੇ ਉਹਦਾ ਮਲਟੀਮੀਡੀਆ ਸ਼ੋਅ ਬਣਾਇਆ। ਤੇ ਉਹਨੂੰ ਜਦੋਂ ਤੁਸੀਂ ਖੇਡਦੇ ਹੋ, ਮੈਂ ਸਮਝਦਾ ਕਿ ਉੱਥੇ ਲਾਟੇ ਹੋਣਾ ਦੀ, ਮੈਨੂੰ ਲੱਗਦਾ ਕਿ ਮੈਂ ਸ਼ਾਇਦ ਇਹਨਾਂ ਦੀ ਜਗ੍ਹਾ ਹੁੰਦਾ ਤੇ ਮੈਂ ਸ਼ੋਅ ਛੱਡ ਕੇ ਭੱਜ ਜਾਂਦਾ। ਜੋ ਕੁਛ ਉੱਥੇ ਹੁੰਦਾ ਹੈ, ਇਹ ਸਿਰਫ ਤੁਸੀਂ ਸ਼ੋਅ ਸਟੇਜ ਤੇ ਵੇਖਦੇ ਹੋ, ਤੁਹਾਨੂੰ ਬੜੇ ਚੰਗੇ ਲੱਗਦੇ। ਜਦੋਂ ਬਿਹਾਈਂਡ ਦੀ ਸਟੇਜ ਜਿਹੜਾ ਥੀਏਟਰ ਡਾਇਰੈਕਟਰ ਨਾਲ ਜਾਂ ਰਾਈਟਰ ਨਾਲ ਕੀ ਵਾਪਰਿਆ ਹੁੰਦਾ ਹੈ, ਖਾਸ ਕਰਕੇ ਸ਼ਤਾਬਦੀ ਨਾਟਕ ਵਿੱਚ ਕੀ ਵਾਪਰਿਆ ਹੁੰਦਾ, ਉਹਦੇ ਵਿੱਚ ਉਹਦਾ ਜਿਹੜਾ ਹੈਗਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਸੋ ਜਿਹੜਾ ਹੈਗਾ, ਮੈਂ ਡਾਕਟਰ ਹਰਚਰਨ ਸਿੰਘ ਦੇ ਸ਼ਤਾਬਦੀ ਨਾਟਕਾਂ ਦੇ ਵਿੱਚੋਂ ਜਿਹੜਾ ਗੁਰੂ ਬਾਣੀ ਗ੍ਰੰਥ ਤੱਕ, ਸਾਰਿਆ ਗੁਰੂ ਬਾਣੀ ਗ੍ਰੰਥ ਤੇ ਮੈਂ ਜਿਹੜਾ ਦੇਖਿਆ ਉਹ ਇੰਡੀਆ ਗੇਟ, ਸ਼ਾਇਦ ਤੁਸੀਂ ਸ਼ੋਅ ਕੀਤਾ ਸੀ, ਇੰਡੀਆ ਗੇਟ ਵਾਲੇ ਸ਼ੋਅ ਮੈਂ ਦੇਖਿਆ। ਹੁਣ ਉਹਦੇ ਵਿੱਚ ਜਦੋਂ ਉਹ ਕਨਸੀਵ ਕਰਦੇ ਆ ਡਾਕਟਰ ਹਰਚਰਨ ਸਿੰਘ ਉਸ ਮਲਟੀਮੀਡੀਆ ਸ਼ੋਅ ਨੂੰ, ਉਹ ਬੜਾ ਯੂਨੀਕਲੀ ਉਹਨੇ ਕਨਸੀਵ ਕੀਤਾ ਹੋਇਆ। ਭਾਵੇਂ ਕੁਝ ਸਕ੍ਰਿਪਟ ਨਹੀਂ ਹੈਗੀ, ਪਰ ਜਦੋਂ ਜਿਹੜਾ ਬੰਦਾ ਖੁਦ ਮਲਟੀਮੀਡੀਆ ਨਾਲ ਜੁੜਿਆ ਹੋਵੇ ਉਹ ਉਹਨੂੰ ਸਮਝ ਸਕਦਾ ਉਹਦੀਆਂ ਸਕ੍ਰਿਪਟਸ ਨੂੰ। ਰਾਜੀਵ ਸਾਹਮਣੇ ਬੈਠਿਆ ਜ਼ਿਆਦਾ ਸਮਝਣਗੇ ਕਿ ਜਿਹੜੀਆਂ ਉਹਦੇ ਵਿੱਚ ਤੁਸੀਂ ਜਿਹੜਾ ਡਾਇਰੈਕਟਰ ਆ ਉਹਨੂੰ ਕਿਵੇਂ, ਰਾਈਟਰ ਦੇ ਆਈਡੀਆ ਨੂੰ ਕਿਵੇਂ ਕਨਸੀਵ ਕਰਦਾ। ਮੈਂ ਉਹਨੂੰ ਉਸ ਨੂੰ ਪੜ੍ਹਨ ਦੀ, ਮੈਂ ਕਿਉਂਕਿ ਦੇਖਿਆ ਵੀ ਸੀ, ਮੈਂ ਹੁਣ ਉਹਦੀ ਸਕ੍ਰਿਪਟ ਨੂੰ ਪੜ੍ਹਿਆ। ਕਿਉਂਕਿ ਸਕ੍ਰਿਪਟਾਂ ਤੇ ਸਿਰਫ ਇੰਨੀਆਂ ਗਿਆ ਕਿ ਤੁਸੀਂ ਇੱਕ ਪੰਫਲੇਟ ਦੇ ਉੱਤੇ, ਛੋਟੇ ਜਿਹੇ ਦੇ ਉੱਤੇ ਬਰੋਸ਼ਰ ਦੇ ਵਿੱਚ ਸਕ੍ਰਿਪਟਾਂ ਛਪੀਆਂ ਹੋਈਆਂ, ਨਾਟਕ ਵਾਂਗੂ ਸਕ੍ਰਿਪਟਾਂ ਛਪੀਆਂ ਨਹੀਂ। ਹੁਣ ਉਸ ਵਿੱਚ ਉਹ ਇੱਕ ਕੰਟਰੀਬਿਊਟਰ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕੰਟਰੀਬਿਊਟਰਸ ਹੈਗੇ ਆ, ਇੱਕ ਕੰਟਰੀਬਿਊਟਰ ਦੀ ਹਿਸਟਰੀ ਔਰ ਕਿਵੇਂ ਉਹਦੇ ਕੋਲੋਂ ਗੁਰੂ ਨਾਨਕ ਸਾਹਿਬ ਨੇ ਜਾਂ ਕਿਹੜੇ ਗੁਰੂ ਕਿਵੇਂ ਉਹਨਾਂ ਤੋਂ ਬਾਣੀ ਲੈ ਕੇ ਆਉਂਦੇ ਆ। ਉਹ ਐਡਾ ਖੋਜ ਭਰਪੂਰ ਨਾਟਕ ਹੈ ਕਿ ਉਹਦੇ ਵਿੱਚ ਜਿਹੜੇ ਅਦਰ ਦੈਨ ਗੁਰੂ ਸਾਹਿਬਾਨ ਦੇ ਜਿਹੜੀ ਬਾਣੀ ਇਕੱਠੀ ਕਰਨ ਦਾ ਮਸਲਾ ਹੈ, ਉਹਦੇ ਵਿੱਚ ਡਾਕਟਰ ਹਰਚਰਨ ਸਿੰਘ ਹੋਰਾਂ ਨੇ ਬਹੁਤ ਮਿਹਨਤ ਕੀਤੀ ਹੈ। ਕਿਉਂਕਿ ਉਹ ਇੱਕ ਕਿਤਾਬ ਚੋਂ ਲਿਆਇਆ ਮਸਲਾ ਹੀ ਹੈ ਨਹੀਂ, ਕਿਸੇ ਉਹਨਾਂ ਦੇ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਦੇ ਵਿੱਚੋਂ ਲਿਆਇਆ ਮਸਾਲਾ ਨਹੀਂ ਹੈਗਾ। ਉਹਨਾਂ ਨੇ ਬਹੁਤ ਖੋਜ ਕਰਕੇ ਉਹ ਨਾਟਕ ਲਿਖਿਆ। ਉਸ ਮੈਂ ਦੇਖਦਾ ਕਿ ਜਿਹੜਾ ਜਦੋਂ ਸ਼ੇਰੇ ਪੰਜਾਬ ਨਾਟਕ ਕਰ ਰਹੇ ਆ ਔਰ ਸ਼ੇਰੇ ਪੰਜਾਬ ਮਲਟੀਮੀਡੀਆ ਸ਼ੋਅ ਕਰ ਰਹੇ ਆ, ਉਸ ਵੇਲੇ ਤੁਸੀਂ ਉਹਦਾ ਅੰਦਾਜ਼ਾ, ਹੁਣ ਤੇ ਲਾਟੇ ਹੋਣੀ ਕੋਲ ਬੈਠੇ, ਕਿ ਮੈਂ ਉਹਦਾ ਨੋਟ ਕੀਤਾ, ਉਹਨਾਂ ਦੇ ਡਾਕਟਰ ਹਰਚਰਨ ਸਿੰਘ ਉਹਨਾਂ ਦੇ ਉਹਦੇ ਮੁੱਖਬੰਦ 'ਚ ਨੋਟ ਕੀਤਾ ਕਿ ਕਿਵੇਂ ਉਹਨਾਂ ਦੇ ਸ਼ੋਅ, ਔਰ 2001 ਵਿੱਚ ਉਹਨੇ ਸ਼ੇਰੇ ਪੰਜਾਬ ਕੀਤਾ। ਉਹਦੇ ਸ਼ੋਅ ਮੈਂ ਸਿਰਫ ਦੱਸਦਾ ਵੀ ਕਿੱਦਾਂ ਹੋ ਰਹੇ ਆ। 1 ਅਕਤੂਬਰ ਨੂੰ ਕਰਨਾਲ ਨੇ, 11 ਅਕਤੂਬਰ ਨੂੰ ਪਹਿਲਾ ਸ਼ੋਅ ਕਰਨਾਲ ਸ਼ਾਇਦ ਦੱਸਿਆ ਉਹਨੇ, 20 ਨੂੰ ਯਮੁਨਾ ਨਗਰ, 3 ਨਵੰਬਰ ਨੂੰ ਮੋਗਾ, 7 ਨੂੰ ਜਗਰਾਓਂ, 10 ਨਵੰਬਰ ਲੁਧਿਆਣਾ, 17 ਨਵੰਬਰ ਜਲੰਧਰ, 24 ਨਵੰਬਰ ਨਵਾਂ ਸ਼ਹਿਰ, 1 ਦਸੰਬਰ ਪਟਿਆਲਾ, 8 ਦਸੰਬਰ ਗੰਗਾ ਨਗਰ, 15 ਨੂੰ ਕੋਟਕਪੂਰਾ, 22 ਨੂੰ ਬਠਿੰਡਾ, 29 ਨੂੰ ਜੈਪੁਰ, 3 ਜਨਵਰੀ ਨੂੰ ਬੰਬਈ, 12 ਨੂੰ ਹੈਦਰਾਬਾਦ ਤੇ 19 ਨੂੰ ਕਲਕੱਤੇ ਸ਼ੋਅ ਕਰਦੇ। ਉਸ ਤੋਂ ਬਾਅਦ ਪੰਜਾਬ ਦੇ ਸ਼ੋਅ ਲੱਗ ਗਿਆ। ਇਹ ਪੰਜਾਬ ਤੋਂ ਬਾਹਰਲੇ ਸ਼ੋਅ ਹੈ ਬਹੁਤੇ। ਹੁਣ ਇਸ ਮਲਟੀਮੀਡੀਆ ਸ਼ੋਅ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਇੱਕ ਐਕਟਰਸ ਜੀ ਨਾਲ ਹੈਗੇ ਆ, ਔਰ ਐਕਟਰਾਂ ਦੇ ਨਾਂ ਲਿਖੇ ਹੋਏ ਆ ਸਾਰੇ ਕਿ ਇਹ ਐਕਟਰਸ ਨੇ ਲਗਾਤਾਰ ਇਹਨਾਂ ਵਿੱਚ ਕੰਮ ਕੀਤਾ, ਔਰ ਇੱਕ ਵੀ ਜਿਹੜਾ ਐਕਟਰ ਆ ਉਹ ਚੋਂ ਬਦਲਿਆ ਨਹੀਂ ਗਿਆ। ਏਡੇ ਵੱਡੇ ਫਲੋਕ ਨੂੰ ਇਕੱਠਾ ਰੱਖਣਾ, ਉਹ ਮੈਨੂੰ ਲੱਗਦਾ ਕਿ ਡਾਕਟਰ ਹਰਚਰਨ ਸਿੰਘ ਦੀ ਸ਼ਖਸੀਅਤ ਜਾਂ ਜਿਹੜੀ ਹੈ ਰਾਟੇ ਹੋਰਾਂ ਦੀ ਪ੍ਰਬੰਧਕੀ ਗੁਣ ਹੀ ਹੋ ਸਕਦੇ ਆ ਕਿ ਤੁਸੀਂ, ਕਿਉਂਕਿ ਇਹ ਤਾਂ ਜਸਪਾਲ ਹੁਣੀ ਸਿਰ ਤੇ ਬੈਠੇ ਆ ਕਿ ਇਹ ਤਾਂ ਜਿਹੜਾ ਹੁੰਦਾ ਨਾ ਖੱਖਰ ਵਾਲਾ ਕੰਮ ਹੈ। ਜਦੋਂ ਹਿੱਲ ਜਾਂਦੇ ਆ ਜਿਹੜੇ ਤੇ ਇਕੱਠੇ ਕਰਨੇ ਬੜੇ ਔਖੇ ਹੁੰਦੇ ਆ। ਔਰ ਜਨਰਲੀ ਨਾਟਕਕਾਰ ਜਦੋਂ ਨਾਟਕ ਕਰਦਾ ਹੈ ਤੇ ਉਹ ਇੱਕ ਕਰੈਕਟਰ ਵਾਸਤੇ 2-3 ਐਕਟਰਸ ਤਿਆਰ ਕਰਦਾ ਹੈ ਕਿ ਕਿਸੇ ਨੂੰ ਕੁਛ ਹੋ ਨਾ ਜਾਵੇ, ਜਾਂ ਕੋਈ ਹੋਰ ਘਟਨਾ ਨਾ ਵਾਪਰ ਜਾਵੇ। ਪਰ ਉਹ ਇੱਕੋ ਹੀ ਐਕਟਰ ਜਿਹੜਾ ਉਹ 3 ਮਹੀਨੇ ਲਗਾਤਾਰ ਸ਼ੋਅ ਕਰ ਰਿਹਾ ਔਰ ਜਗ੍ਹਾ ਜਗ੍ਹਾ ਜਾ ਕੇ ਸ਼ੋਅ ਕਰ ਰਿਹਾ। ਸੋ ਇਹ ਜਿਹੜਾ ਹੈਗਾ, ਮੈਂ ਸਮਝਦਾ ਕਿ ਜਿਹੜਾ ਹਰਚਰਨ ਸਿੰਘ ਹੋਰਾਂ ਦਾ ਜਿਹੜਾ ਹੈਗਾ, ਇਹ ਬਹੁਤ ਵੱਡਾ
ਰੋਲ ਹੈ। ਪਰ ਹਰਚਰਨ ਸਿੰਘ ਹੋਰੀ ਆਪ ਲਿਖਦੇ ਆ ਕਿ ਮੈਂ 5 ਚੀਜ਼ਾਂ ਨਵੀਆਂ ਥੀਏਟਰ ਵਿੱਚ ਪੰਜਾਬੀ ਨਾਟਕ ਵਿੱਚ ਲੈ ਕੇ ਆਇਆ। ਜਿਹੜੀ ਪਹਿਲੀ ਉਹਨੇ ਲਿਖੀ ਉਹ ਤਾਂ ਮੈਨੂੰ ਲੱਗਦਾ ਕਿ ਬਾਅਦ ਵਿੱਚ ਗਲਤ ਸਾਬਤ ਹੋਈ ਕਿ ਮੈਂ ਇਸਤਰੀ ਨਾਟਕ ਨੂੰ ਪਹਿਲੀ ਵਾਰ ਲੈ ਕੇ ਆਇਆ, ਇਸਤਰੀ ਪਾਤਰ ਪਹਿਲੀ ਵਾਰ ਲੈ ਕੇ ਸਟੇਜ ਤੇ ਆਇਆ। ਉਹ ਤੋਂ ਬਾਅਦ ਵਿੱਚ ਉਮਾ ਗੁਰਬਖਸ਼ ਸਿੰਘ ਹੋਰਾਂ ਦਾ ਸਾਡੇ ਕੋਲ ਐਵੀਡੈਂਸ ਮਿਲਦੇ ਆ। ਪਰ ਫਿਰ ਵੀ ਆਪਣੀ ਪਤਨੀ ਨੂੰ ਸਟੇਜ ਤੇ ਲੈ ਕੇ ਆਉਣਾ ਉਸ ਵੇਲੇ ਬਹੁਤ ਵੱਡਾ ਜਿਹੜਾ ਸੀਗਾ ਉਹ ਬਹੁਤ ਖਤਰੇ ਵਾਲਾ ਕੰਮ ਸੀ ਕਿ ਤੁਸੀਂ ਆਪਣੇ ਪਿੰਡ ਵਿੱਚ ਆਪਣੀ ਪਤਨੀ ਨੂੰ ਸਟੇਜ ਤੇ ਲੈ ਕੇ ਆਓ। ਬਾਅਦ ਵਿੱਚ ਤਾਂ ਚਰਨਦਾਸ ਸਿੱਧੂ ਵਗੈਰਾ ਬਹੁਤ ਸਾਰਿਆਂ ਦੇ ਪਰਿਵਾਰ ਆਏ ਆ, ਔਲਖ ਸਾਹਿਬ ਦਾ ਪਰਿਵਾਰ ਵੀ ਆਇਆ। ਦੂਜਾ ਉਹ ਕਹਿੰਦੇ ਕਿ ਮੈਂ ਚੰਡੀਗੜ੍ਹ ਸ਼ਹਿਰ ਬਣਨ ਤੋਂ ਬਾਅਦ ਪਹਿਲਾ ਨਾਟਕ ਉੱਥੇ ਖੇਡਿਆ ਤੇਰਾ ਕਰ ਸੋ ਮੇਰਾ ਕਰ। ਚੰਡੀਗੜ੍ਹ ਵਿੱਚ ਪਹਿਲਾ ਪਲੇ ਜਿਹੜਾ ਪੰਜਾਬੀ ਹੋਇਆ ਉਹ ਡਾਕਟਰ ਹਰਚਰਨ ਸਿੰਘ ਹੋਰਾਂ ਖੇਡਿਆ। ਤੀਜਾ ਉਹਨਾਂ ਨੇ ਕਹਿੰਦੇ ਕਿ ਮੈਂ ਪਹਿਲੀ ਨਾਟ ਟੋਲੀ ਪੰਜਾਬ ਵਿੱਚ ਮੈਂ ਬਣਾਈ ਜਿਹਨੂੰ ਪੰਜਾਬ ਆਰਟ ਥੀਏਟਰ ਔਰ ਬਾਅਦ ਵਿੱਚ ਹਰਪਾਲ ਟਿਵਾਣਾ ਨੇ ਪੰਜਾਬ ਕਲਾ ਮੰਚ ਕਿਹਾ। ਚੌਥਾ ਜਿਹੜੀ ਉਹ ਬਹੁਤ ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਦੇਣ ਹੈ ਡਾਕਟਰ ਹਰਚਰਨ ਸਿੰਘ ਦੀ ਕਿ ਅਸੀਂ ਕਹਿੰਦੇ ਹਾਂ ਕਿ ਯੂਨਾਨੀ ਨਾਟਕ ਦੁਖਾਂਤ ਹੁੰਦਾ ਹੈ ਔਰ ਭਾਰਤੀ ਨਾਟਕ ਸੁਖਾਂਤ ਹੁੰਦਾ ਹੈ। ਉਹਦੇ ਵਿੱਚ ਸਾਡੀਆਂ ਧਾਰਮਿਕ ਮਾਨਤਾਵਾਂ ਜ਼ਿਆਦਾ ਸ਼ਾਮਲ ਨੇ ਕਿ ਅਸੀਂ ਜਿਹੜਾ ਹੈਗਾ ਉਹ ਕਿਸਮਤ ਦੇ ਸਹਾਰੇ ਖੜੇ ਹੁੰਦੇ ਹਾਂ। ਅਸੀਂ ਕਹਿੰਦੇ ਕਿ ਜਿਹੜਾ ਸਾਡਾ ਬਾਦਸ਼ਾਹ ਆ ਜਾਂ ਰਾਜਾ ਆ ਉਹ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹੁੰਦਾ ਹੈ ਅਤੇ ਉਹਦਾ ਉਹ ਜੋ ਕਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਵਿੱਚ ਕਰਦਾ। ਇਸ ਲਈ ਸਾਡੀ ਜ਼ਿੰਦਗੀ ਵਿੱਚ ਜੇ ਕੋਈ ਦੁਖਾਂਤ ਹੈ ਤਾਂ ਉਹ ਸਾਡੇ ਕਰਮਾਂ ਦਾ ਹੈ, ਜਿਹੜਾ ਸਾਡਾ ਕਿਸੇ ਦੇ ਫੈਸਲੇ ਨਾਲ ਦੁਖਾਂਤ ਨਹੀਂ ਆਉਂਦਾ। ਪਰ ਜਿਹੜਾ ਇਸ ਕਰਕੇ ਸਾਡਾ ਸਾਰਾ ਨਾਟਕ ਸੁਖਾਂਤ ਨਾਟਕ ਹੈ ਬਹੁਤਾ ਭਾਰਤੀ ਨਾਟਕ। ਪਰ ਪੰਜਾਬੀ ਵਿੱਚ ਪਹਿਲਾ ਦੁਖਾਂਤ ਨਾਟਕ ਲੈ ਕੇ ਸਾਡੇ ਕੋਲ ਆਉਂਦੇ ਅਤੇ ਉਹ ਡਾਕਟਰ ਹਰਚਰਨ ਸਿੰਘ ਪੰਜਾਬੀ ਵਿੱਚ ਟ੍ਰੈਜਡੀ ਦੀ ਪਰੰਪਰਾ ਨੂੰ ਸ਼ੁਰੂ ਕਰਦੇ ਹੈ। ਔਰ ਦੂਜਾ ਉਹਨਾਂ ਨੇ ਜਦੋਂ ਜਿਹੜੀਆਂ ਹੁੰਦੀਆਂ ਰੰਗਮੰਚ ਦੀਆਂ ਸ਼ੈਲੀਆਂ ਵਿੱਚ ਵੀ ਉਹਨਾਂ ਨੇ ਜੇ ਉਹਨਾਂ ਨੇ ਵੈਸਟਰਨ ਸ਼ੈਲੀਆਂ ਦੇ ਨਾਲ ਨਾਟਕ ਖੇਡੇ ਆ ਅਤੇ ਉਹ ਜਿਹੜੇ ਬਹੁਤੇ ਨਾਟਕਾਂ ਦੇ ਵਿੱਚ ਲਗਭਗ ਸਾਰੇ ਨਾਟਕਾਂ ਵਿੱਚ ਜੇ ਉਹ ਕੋਈ ਵੈਸਟਰਨ ਸ਼ੈਲੀ ਵੀ ਲੈ ਕੇ ਆਉਂਦੇ ਆ ਜਾਂ ਇਬਸਨ ਦੀ ਯਥਾਰਥਵਾਦੀ ਸ਼ੈਲੀ ਨਾਲ ਨਾਟਕ ਵੀ ਖੇਡਦੇ ਆ ਅਤੇ ਉਹਦੇ ਵਿੱਚ ਲੋਕ ਨਾਟ ਸ਼ੈਲੀਆਂ ਜਿਹੜੀਆਂ ਉਹ ਵਿਦਮਾਨ ਰਹਿੰਦੀਆਂ ਕਿ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੈ ਕਿ ਜੇ ਲੋਕਾਂ ਨੂੰ ਨਾਟਕ ਨਾਲ ਜੋੜੀ ਰੱਖਣਾ, ਲੋਕਾਂ ਦਾ ਨਾਟਕ ਖੇਡਣਾ ਅਤੇ ਲੋਕ ਨਾਟ ਸ਼ੈਲੀਆਂ ਤੋਂ ਬਿਨਾਂ ਨਾਟਕ ਨਹੀਂ ਖੇਡਿਆ ਜਾ ਸਕਦਾ। ਇਸ ਵਾਸਤੇ ਕੋਈ ਬਹੁਤ ਸਾਰੇ ਉਹਨਾਂ ਦੇ ਥੀਏਟਰ ਦੇ ਵਿੱਚ ਬਹੁਤ ਜਗ੍ਹਾ ਬ੍ਰੈਕਟੀਅਨ ਜਿਹੜੀ ਐਪਿਕ ਸ਼ੈਲੀ ਹੈ ਉਹ ਤੁਹਾਨੂੰ ਵਾਰ-ਵਾਰ ਦੇਖਣ ਨੂੰ ਉਹਨਾਂ ਦੇ ਨਾਟਕਾਂ 'ਚ ਮਿਲਦੀ ਹੈ। ਸੋ ਪਹਿਲਾ ਦੁਖਾਂਤ ਨਾਟਕ ਉਹਨਾਂ ਨੇ ਦਿੱਤਾ। ਔਰ ਸਿੱਖ ਇਤਿਹਾਸ ਬਾਰੇ ਜਾਂ ਸ਼ਤਾਬਦੀ ਪਹਿਲਾ ਨਾਟਕ ਲਿਖਣ ਵਾਲੇ ਵੀ ਸਾਡੇ ਕੋਲ ਡਾਕਟਰ ਹਰਚਰਨ ਸਿੰਘ ਹੈ। ਇਹ ਮੈਨੂੰ ਲੱਗਦਾ ਕਿ 5 ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿ ਉਹ ਡਾਕਟਰ ਹਰਚਰਨ ਸਿੰਘ ਦੀ ਪੰਜਾਬੀ ਥੀਏਟਰ ਨੂੰ ਇਹ ਬਹੁਤ ਵੱਡੀ ਦੇਣ ਹੈ। ਸੋ ਮੈਂ ਸਮਝਦਾ ਕਿ ਡਾਕਟਰ ਹਰਚਰਨ ਸਿੰਘ ਨੂੰ ਅੱਜ ਦੇ ਦਿਨ ਯਾਦ ਕਰਨਾ ਔਰ ਉਹਨਾਂ ਦੀ ਜਿਹੜੀ ਥੀਏਟਰ ਨੂੰ ਜਿਹੜੀ ਦੇਣ ਹੈ, ਪੰਜਾਬੀ ਨਾਟਕ ਨੂੰ ਦੇਣ ਹੈ। ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਆਧੁਨਿਕ ਨਾਟਕ ਦਾ ਮੋਢੀ ਜਿਹੜਾ ਹੈ ਉਹ ਈਸ਼ਵਰ ਚੰਦਰ ਨੰਦਾ ਹੈ ਅਤੇ ਮੈਂ ਸਮਝਦਾ ਕਿ ਉਸ ਨੂੰ ਸਿਖਰ 'ਤੇ ਪਹੁੰਚਾਉਣ ਵਾਲਾ ਉਹਦਾ ਪਿਤਾਮਾ ਮੈਂ ਸਮਝਦਾ ਕਿ ਡਾਕਟਰ ਹਰਚਰਨ ਸਿੰਘ ਹੈ। ਕਿਉਂਕਿ ਉਹਨਾਂ ਦੀ ਦੇਣ ਕਿਉਂਕਿ ਉਹ ਵੀ ਜੇ ਈਸ਼ਵਰ ਚੰਦਰ ਨੰਦਾ ਜਿਹਦੇ ਕੋਲੋਂ ਨਾਟਕ ਦਾ ਸਿੱਖਦੇ ਹੈ ਨੋਰਾ ਰਿਚਰਡਸ ਤੋਂ, ਉਹਦੇ ਸਟੂਡੈਂਟ ਡਾਕਟਰ ਹਰਚਰਨ ਸਿੰਘ ਵੀ ਕਹਿੰਦੇ ਮੈਂ ਵੀ ਇਹਨਾਂ ਕੋਲੋਂ ਪੜ੍ਹਿਆ, ਉਹਨਾਂ ਦੇ ਸਟੂਡੈਂਟ ਉਹ ਵੀ ਰਹਿੰਦੇ ਆ। ਸੋ ਜਿਹੜਾ ਬਹੁਤ ਵੱਡਾ ਗੈਪ ਹੈ ਈਸ਼ਵਰ ਚੰਦਰ ਨੰਦਾ ਦੇ ਪਹਿਲੇ ਤੋਂ ਦੂਜੇ ਨਾਟਕ ਦੇ ਵਿੱਚ, ਪਰ ਡਾਕਟਰ ਹਰਚਰਨ ਸਿੰਘ ਦੇ ਹਰ ਸਾਲ ਨਾਟਕ ਆ ਰਿਹਾ। ਤੁਸੀਂ ਲਗਾਤਾਰ ਉਹਨਾਂ ਦੀ ਫਹਿਰਿਸਤ ਪੜ੍ਹੋ। ਔਰ ਦੂਜਾ ਕਿ ਉਹ ਹਰ ਜਿਹੜਾ ਪੰਜਾਬ 'ਤੇ ਸੰਕਟ ਆਉਂਦਾ ਉਹਦੇ ਨਾਲ ਸੰਬੰਧਿਤ ਨਾਟਕ ਲਿਖਦੇ ਆ। ਪੰਜਾਬੀ ਸੂਬੇ ਨਾਲ ਸੰਬੰਧਿਤ ਨਾਟਕ ਲਿਖਿਆ, ਨੈਕਸਟ ਲਾਈਟ ਮੂਵਮੈਂਟ ਸੰਬੰਧਿਤ ਨਾਟਕ ਹੈ, 84 ਨਾਲ ਹੈ, ਉਹਦੀ ਐਮਰਜੈਂਸੀ ਨਾਲ ਸੰਬੰਧਿਤ ਨਾਟਕ ਹੈ। ਜੋ ਪੰਜਾਬ ਵਿੱਚ ਭਾਣੇ ਵਰਤਦੇ ਆ ਉਹਨੂੰ ਉਹ ਆਪਣੇ ਆਪ ਨੂੰ ਉਹਦੇ ਨਾਲ ਮੈਚ ਕਰਦੇ ਆ ਔਰ ਉਸ ਸਮੱਸਿਆ ਨੂੰ ਲੈ ਕੇ ਉਹਨਾਂ ਦੇ ਨਾਟਕ ਦੇਖਣ ਨੂੰ ਮਿਲਦੇ ਆ। ਸੋ ਮੈਂ ਫਿਰ ਇੱਕ ਵਾਰ ਸ਼ੁਕਰੀਆ ਅਦਾ ਕਰਦਾ ਡਾਕਟਰ ਸੁਰਜੀਤ ਸਿੰਘ ਹੋਰਾਂ ਦਾ ਔਰ ਡਾਕਟਰ ਜਸਪਾਲ ਦਿਓਲ ਹੋਰਾਂ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਮੇਰੇ ਟੁੱਟੇ ਫੁੱਟੇ ਵਿਚਾਰ ਸੁਣੇ। ਡਾਕਟਰ ਹਰਚਰਨ ਸਿੰਘ ਬਾਰੇ ਮੈਂ ਕਿਉਂਕਿ ਇੰਨਾ ਕੁ ਪਿਛਲੇ ਦਿਨਾਂ 'ਚ ਮੈਂ ਦੇਖ ਲਿਆ, ਪੜ੍ਹ ਲਿਆ ਉਹਨਾਂ ਦੇ ਮੈਂ ਸਾਰੇ ਨਾਟਕ ਹੁਣ ਦੁਬਾਰਾ ਪੜ੍ਹੇ ਆ। ਮੈਂ ਪਹਿਲਾਂ ਪੜ੍ਹਿਆ ਹੋਇਆ ਸੀ ਜਿੰਨਾ ਕੋਰਸਾਂ 'ਚ ਪੜ੍ਹਿਆ ਸੀ, ਪਰ ਹੁਣ ਮੈਂ ਸਾਰੇ ਨਾਟਕ ਇੱਕ ਵਾਰ ਪੂਰੇ ਦੇ ਪੂਰਾ ਮੈਂ ਨਾਟਕ ਦੁਬਾਰਾ ਪੜ੍ਹੇ ਔਰ ਮੈਂ ਉਹਨਾਂ ਦੇ ਇੱਕ ਨਾਟਕ ਬਾਰੇ 10-15 ਮਿੰਟ ਬੋਲ ਸਕਦਾ ਸੀ, ਪਰ ਮੈਨੂੰ ਪਤਾ ਹੈ ਕਿ ਸਮਾਂ ਬਹੁਤ ਹੋ ਗਿਆ। ਸੋ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਔਰ ਤੁਹਾਡਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਮੇਰੇ ਇਹ ਵਿਚਾਰ ਸੁਣੇ। ਬਹੁਤ ਸ਼ੁਕਰੀਆ।